ਪੰਦੇਰ ਸਾਹਿਬ, ਹੁਣ ਰਾਹੁਲ ਗਾਂਧੀ ਪੰਜਾਬ ਆਏ, ਆ ਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਸੀਐਮ ਚਿਹਰੇ ਦਾ ਐਲਾਨ ਕੀਤਾ ਜਾਏਗਾ ਇਲੈਕਸ਼ਨਸ ਤੋਂ ਪਹਿਲਾਂ। ਵਾਸੂ ਜੀ, ਇਹ ਬਿਲਕੁਲ ਠੀਕ ਹੈ ਕਿ ਕੱਲ ਉਹਨਾਂ ਦੀ ਫੇਰੀ ਸੀ, ਦਰਬਾਰ ਸਾਹਿਬ ਵੀ ਮੱਥਾ ਟੇਕਿਆ, ਦੁਰਗਿਆਨਾ ਮੰਦਿਰ ਗਏ, ਵਾਲਮੀਕੀ ਜਿਹੜਾ ਸਥਲ ਹੈ ਰਾਮ ਤੀਰਥ ਉੱਥੇ ਵੀ ਗਏ, ਜਲਿਆਂਵਾਲਾ ਬਾਗ ਵੀ ਗਏ, ਨਾਲ ਜਿਹੜੀ ਸੀਗੀ 109 ਕੈਂਡੀਡੇਟ। ਵਾਸੂ ਜੀ, ਮੈਂ ਸਪਸ਼ਟ ਕਰਨਾ ਚਾਹੁੰਦਾ, ਬਹੁਤ ਸਾਰੇ ਜਿਹੜੇ ਸਾਡੇ ਮੀਡੀਆ ਚੈਨਲ ਨੇ ਉਹ ਕਹਿ ਰਹੇ 117 ਨਹੀਂ 109 ਹੀ ਅਨਾਉਂਸ ਹੋਏ ਨੇ। ਹਾਲੇ ਬਾਕੀ ਦੇ ਜਿਹੜੇ 8 ਹੋਰ ਕੈਂਡੀਡੇਟ ਨੇ ਉਹ ਅਨਾਉਂਸ ਕਰਨੇ ਆ ਕਾਂਗਰਸ ਨੇ। ਸੋ 109 ਕੈਂਡੀਡੇਟਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਫੇਰੀ ਪਾਈ ਸੀ ਔਰ ਇਹਦੇ 'ਚ ਇਹ ਕਿਹਾ ਸੀ ਕਿ ਬਿਗਲ ਵਜਾਇਆ ਜਾਊਗਾ ਕਾਂਗਰਸ ਦੀ ਚੋਣ ਮੁਹਿੰਮ ਦਾ। ਦਰਬਾਰ ਸਾਹਿਬ 'ਚ ਲੰਗਰ ਛਕਿਆ, ਪੰਗਤ 'ਚ ਬੈਠ ਕੇ, ਜਿਸ ਤਰ੍ਹਾਂ ਇੱਕ ਸਧਾਰਨ ਸ਼ਰਧਾਲੂ ਦੀ ਤਰ੍ਹਾਂ, ਔਰ ਬੜੀ ਜਿਹੜੀ ਸੀ ਇੱਕ ਇਮੇਜ ਬਿਲਡਿੰਗ ਦਾ ਪ੍ਰੋਗਰਾਮ ਸੀ। ਕਾਂਗਰਸ ਨੂੰ ਜਦੋਂ ਵੀ ਕੋਈ ਕਾਂਗਰਸੀ ਲੀਡਰ, ਸਪੈਸ਼ਲੀ ਗਾਂਧੀ ਪਰਿਵਾਰ ਤੋਂ ਕੋਈ ਵੀ ਆਵੇ ਜਾਂ ਕੋਈ ਕਾਂਗਰਸ ਦਾ ਪ੍ਰਧਾਨ ਮੰਤਰੀ ਆਵੇ, ਤਾਂ ਕਾਂਗਰਸ ਨੂੰ ਜਿਹੜਾ ਸੀ ਜੂਨ 84 ਦਾ ਜਿਹੜਾ ਫੌਜੀ ਹਮਲਾ ਸੀ ਉਹਦੀ ਵੀ ਪਰਛਾਵੇਂ ਦੇਖਣੇ ਪੈਂਦੇ ਨੇ। ਲੋਕੀ ਉਹਦੇ ਬਾਰੇ ਵੀ ਗੱਲ ਕਰਦੇ ਨੇ, ਪਰ ਜਿਹੜੀ ਅਹਿਮ ਗੱਲ ਆਪਾਂ ਉੱਥੇ ਆਉਂਦੇ ਜਿੱਥੇ ਤੁਸੀਂ ਗੱਲ ਸ਼ੁਰੂ ਕੀਤੀ ਆ ਕਿ ਸੀਐਮ ਚਿਹਰਾ ਅਨਾਉਂਸ ਕਰਨ ਦੀ ਗੱਲ ਹੈ। ਕਾਂਗਰਸ ਦੇ ਉੱਤੇ ਪ੍ਰੈਸ਼ਰ ਹੈ, ਕੱਲਾ ਬਾਹਰੋਂ ਹੀ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਕਾਫੀ ਇੱਕ ਇਵੈਂਟ ਬਣਾ ਕੇ ਆਪਣਾ ਇਹ ਬਣਾਇਆ ਸੀ ਔਰ ਲਾਈਮਲਾਈਟ ਖੱਟੀ ਸੀ ਔਰ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਸੀ। ਉਧਰ ਦੂਸਰੇ ਪਾਸੇ ਜਿਹੜੀ ਹੋਰ ਇਹਨਾਂ ਦੀ ਮੇਨ ਧਿਰ ਹੈਗੀ ਆ ਔਰ ਉਹਦੇ ਵਿੱਚ ਜਿਹੜੀ ਅਕਾਲੀ BSP ਦਾ ਅਲਾਇੰਸ ਆ ਉਹਦੇ ਵਿੱਚ ਵੀ ਅਨਾਉਂਸ ਹੋ ਚੁੱਕਿਆ ਕਿ ਸੁਖਬੀਰ ਬਾਦਲ ਉਹਨਾਂ ਦਾ ਸੀਐਮ ਚਿਹਰਾ ਹੋਏਗਾ। ਮੀਡੀਆ ਵੱਲੋਂ ਤਾਂ ਸੀਗਾ ਹੀ ਕਾਂਗਰਸ ਤੇ ਪ੍ਰੈਸ਼ਰ, ਜਾਂ ਲੋਕਾਂ ਵੱਲੋਂ ਤਾਂ ਪ੍ਰੈਸ਼ਰ ਸੀਗਾ ਹੀ ਕਿ ਕੌਣ ਹੋਏਗਾ ਅਗਲਾ ਸੀਐਮ ਚਿਹਰਾ। ਔਰ ਕਾਫੀ ਦੇਰ ਤੋਂ ਜਿਹੜੀ ਕਾਂਗਰਸ ਆ ਉਹ ਇਹ ਕਹਿੰਦੀ ਰਹੀ ਹੈ ਕਿ ਅਸੀਂ 3 ਚਿਹਰਿਆਂ ਦੇ ਨਾਲ ਲੜਾਂਗੇ। ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਜਿਹੜੇ ਸੀ ਸਾਬਕਾ ਪ੍ਰਧਾਨ, ਜੋ ਇਸ ਵੇਲੇ ਕਾਫੀ ਕਈ ਵਾਰੀ ਟਿੱਪਣੀਆਂ ਵੀ ਕਰਦੇ ਆ ਜਿਹੜੀ ਪਾਰਟੀ ਦੀ ਕਾਰਗੁਜ਼ਾਰੀ ਔਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ। ਸੋ ਇਹਦੀ ਮੱਦੇ ਨਜ਼ਰ ਰੱਖਦੇ ਹੋਏ ਹੁਣ ਜਿਹੜਾ ਸਭ ਤੋਂ ਜ਼ਿਆਦਾ ਪ੍ਰੈਸ਼ਰ ਸੀ ਉਹ ਦੋਨੋਂ ਨਵਜੋਤ ਸਿੱਧੂ ਔਰ ਚਰਨਜੀਤ ਚੰਨੀ ਤੋਂ ਪ੍ਰੈਸ਼ਰ ਪੈ ਰਿਹਾ ਸੀ ਕਿ ਜੀ ਸੀਐਮ ਚਿਹਰਾ ਅਨਾਉਂਸ ਕਰੋ। ਕੱਲ ਇੱਕ ਵਰਚੁਅਲ ਰੈਲੀ ਜਿਹੜੀ ਸੀ ਉਹਨਾਂ ਨੇ ਰਾਹੁਲ ਗਾਂਧੀ ਨੇ ਐਡਰੈਸ ਕੀਤੀ, ਜਿਹਦੇ ਵਿੱਚ ਪਹਿਲਾਂ ਵੀ ਉਹ ਜਿਹੜਾ ਸੀ ਸੀਐਮ ਚੰਨੀ ਵੀ ਬੋਲਦਿਆਂ ਨੇ ਕਿਹਾ ਕਿ ਜੀ ਉਹਨਾਂ ਨੇ ਬੇਸ਼ੱਕ ਰਾਹੁਲ ਗਾਂਧੀ ਨੂੰ ਵੀ ਉਹਨਾਂ ਨੇ ਦੋਹਾਂ ਜਣਿਆਂ ਨੇ ਭਰੋਸਾ ਦਿੱਤਾ ਕਿ ਜਿਹਦਾ ਵੀ ਤੁਸੀਂ ਨਾਂ ਐਲਾਨੋਗੇ ਅਸੀਂ ਉਹਦੇ ਨਾਲ ਟੀਮ ਦੀ ਤਰ੍ਹਾਂ ਕੰਮ ਕਰਾਂਗੇ, ਤੇ ਪਰ ਨਾਲ ਦੀ ਨਾਲ ਆਪਣਾ ਦਾਅਵਾ ਵੀ ਠੋਕਿਆ ਉਹਨਾਂ ਨੇ। ਸੀਐਮ ਚੰਨੀ ਨੇ ਕਿਹਾ ਕਿ ਪਿਛਲੇ 111 ਦਿਨ ਜਿਹੜੇ ਹੈਗੇ ਆ, ਜੇ ਕੋਈ ਮੇਰੀ ਕਾਰਗੁਜ਼ਾਰੀ ਲੱਗਦੀ ਆ ਠੀਕ ਠਾਕ ਆ ਤਾਂ ਮੈਨੂੰ ਪੂਰਾ ਮੌਕਾ ਮਿਲਣਾ ਚਾਹੀਦਾ 5 ਸਾਲਾਂ ਵਾਸਤੇ, ਤੋਂ ਇਹ ਦਾਅਵਾ ਠੋਕਿਆ। ਤੇ ਦੂਸਰੇ ਪਾਸੇ ਨਵਜੋਤ ਸਿੱਧੂ ਨੇ ਵੀ ਕਿਹਾ ਕਿ ਜੀ ਮੈਂ ਪਾਰਟੀ ਦਾ ਇੱਕ ਸਿਪਾਹੀ ਆ, ਜੋ ਪਾਰਟੀ ਹੁਕਮ ਕਰੇਗੀ ਮੈਂ ਉਹਨੂੰ ਪਾਬੰਦ ਹੋਊਂਗਾ। ਪਰ ਨਾਲ ਉਹਨਾਂ ਨੇ ਕਿਹਾ ਇਹ ਵੀ ਦੱਸੋ, ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਪੰਜਾਬ ਮਾਡਲ ਜਿਸ ਦੀ ਉਹ ਗੱਲ ਕਰਦੇ ਆ ਨਵਜੋਤ ਸਿੱਧੂ, ਕਿ ਉਹਨੂੰ ਇੰਪਲੀਮੈਂਟ ਕਰਨ ਵਾਲਾ ਅਗਲੀ ਟੀਮ ਦਾ ਜਿਹੜਾ ਲੀਡਰ ਆ ਉਹ ਕੌਣ ਹੋਏਗਾ। ਸਿੱਧੀ ਉਹ ਗੱਲ ਕਰਤੀ ਕਿ ਜੇ ਮੇਰਾ ਏਜੰਡਾ ਵਾ ਤਾਂ ਮੈਨੂੰ ਹੀ ਉਹ ਇੰਪਲੀਮੈਂਟ ਕਰਨ ਦਾ ਮੌਕਾ ਦਿੱਤਾ ਜਾਵੇ। ਲੋਕਾਂ ਬੇਸ਼ੱਕ ਦੋਨੋਂ ਜਿਹੜੇ ਸਾਡੇ ਇਹ ਕਾਂਗਰਸ ਦੇ ਲੀਡਰ ਨੇ ਇਹ ਕਹਿ ਰਹੇ ਆ ਕਿ ਅਸੀਂ ਪਾਰਟੀ ਦੇ ਨਾਲ ਚੱਲਾਂਗੇ, ਪਰ ਗੱਲ ਜ਼ਰੂਰੀ ਇਹ ਨਹੀਂ ਹੈ ਵਾਸੂ ਜੀ, ਕਿਉਂਕਿ ਜਿਹੜਾ ਪ੍ਰੈਸ਼ਰ ਆ ਉਹ ਥੱਲੇ ਵਰਕਰ ਦਾ। ਜੇ ਚੰਨੀ ਦਾ ਨਾਂ ਨਹੀਂ ਅਨਾਉਂਸ ਕਰਦੇ ਤਾਂ ਸ਼ਡਿਊਲ ਕਾਸਟ ਵੋਟ ਨਹੀਂ ਜੀ ਇਕੱਠੇ ਹੋ ਕੇ ਪੈਣੀ। ਔਰ ਸ਼ਡਿਊਲ ਕਾਸਟ ਵੋਟ ਜਿਹੜੀ ਪਿਛਲੀ ਕਾਫੀ ਦੇਰ ਤੋਂ ਇੱਕ ਜਿਹੜੀ ਅਸੀਂ ਦਲਿਤ ਆਈਡੈਂਟੀਟੀ ਦੀ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ, ਇੱਕ ਅੰਡਰ ਕਰੰਟ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਦਲਿਤ ਆਈਡੈਂਟੀਟੀ ਦਾ। ਔਰ ਇੱਕ ਸ਼ਡਿਊਲ ਕਾਸਟ ਵੱਲੋਂ ਬੇਸ਼ੱਕ ਜਿਹੜੇ ਹੈਗੇ ਆ ਚਰਨਜੀਤ ਚੰਨੀ ਵੱਲੋਂ ਕਦੇ ਇਹ ਜ਼ਾਹਿਰ ਨਹੀਂ ਕੀਤਾ ਗਿਆ ਕਿ ਉਹ ਮੁੱਖ ਮੰਤਰੀ, ਕਿਉਂਕਿ ਸ਼ਡਿਊਲ ਕਾਸਟ ਨੇ ਤਾਂ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਇੱਕ ਸਧਾਰਨ ਨਾਗਰਿਕ ਦੀ ਤਰ੍ਹਾਂ ਹੀ ਵਿਚ ਰਹੇ ਨੇ। ਪਰ ਜਿਹੜੀ ਆ ਸ਼ਡਿਊਲ ਕਾਸਟ ਜਿਹੜੀ ਸਾਡੀ ਪੋਪੂਲੇਸ਼ਨ ਹੈ, ਜਿਸ ਦੀ ਕੱਲ ਵੀ ਅਸੀਂ ਬੜੀ ਵਿਸਤਾਰ 'ਚ ਗੱਲ ਕੀਤੀ ਸੀ, ਕੋਈ 32% ਦੇ ਆਸ-ਪਾਸ ਹੈ, ਉਹਨਾਂ ਦੀ ਇੱਕ ਆਈਡੈਂਟੀਟੀ ਦੀ ਗੱਲ ਆ ਰਹੀ ਹੈ ਕਿ ਉਹਨਾਂ ਨੂੰ ਵੀ ਉਹਨਾਂ ਦੇ ਭਾਈਚਾਰੇ 'ਚ ਮੁੱਖ ਮੰਤਰੀ ਬਣਿਆ। ਜੇ ਕਾਂਗਰਸ ਨਹੀਂ ਐਲਾਨਦੀ ਤਾਂ ਉਹ ਵੋਟ ਸ਼ਾਇਦ ਉਵੇਂ ਨਾ ਪਵੇ ਜੇ ਐਲਾਨਿਆ ਜਾਵੇ ਚੰਨੀ ਨੂੰ। ਪਰ ਜੇ ਚੰਨੀ ਨੂੰ ਐਲਾਨਿਆ ਜਾਂਦਾ ਤਾਂ ਨਵਜੋਤ ਸਿੱਧੂ ਦੇ ਨਾਲ ਜਿਹੜਾ ਇੱਕ ਬਹੁਤ ਸਾਰਾ ਯੁਵਾ ਵਰਗ ਜਿਹੜਾ ਮੋਬਿਲਾਈਜ਼ ਹੁੰਦਾ ਕਾਂਗਰਸ ਦੇ ਫੇਵਰ ਦੇ ਵਿੱਚ, ਜੋ ਨਵਜੋਤ ਸਿੱਧੂ ਦੀ
ਜਿਹੜੀ ਹੈਗੀ ਆ ਸ਼ੈਲੀ ਆ ਉਹਦੇ ਨਾਲ ਬਹੁਤ ਇਤਫਾਕ ਨੇ, ਪ੍ਰਭਾਵਿਤ ਨੇ, ਔਰ ਉਹ ਜਿਹੜੀ ਹੈਗਾ ਫਿਰ ਉਹ ਸ਼ਾਇਦ ਨਾ ਚੱਲੇ ਤਾਂ ਉਹ ਕਾਂਗਰਸ ਵਾਸਤੇ ਬਹੁਤ ਵੱਡੀ ਦੁਚਿੱਤੀ ਦੀ ਗੱਲ ਆ। ਸੋ ਇਸ ਦੇ ਵਿੱਚ ਔਰ ਦੂਸਰਾ ਨਵਜੋਤ ਸਿੱਧੂ ਦੀ ਇੱਕ ਹੋਰ ਪ੍ਰੋਬਲਮ ਹੈ। ਨਵਜੋਤ ਸਿੱਧੂ ਦੇ ਨਾਲ ਜਿਹੜੀ ਰਵਾਇਤੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ, ਉਹਦੇ ਚੋਂ ਕੋਈ ਜ਼ਿਆਦਾ ਲੋਕੀ ਨਹੀਂ ਹੈਗੇ, ਰਾਦਰ ਕਾਫੀ ਅਲੱਗ ਥਲੱਗ ਹੀ ਪਏ ਆ। ਜਿਹੜੇ ਪੁਰਾਣੇ ਜਿਨ੍ਹਾਂ ਨੂੰ ਟਕਸਾਲੀ ਕਾਂਗਰਸੀ ਕਹਿ ਸਕਦੇ ਹੋ, ਬੇਸ਼ੱਕ ਮੈਂ ਇਸ ਨੂੰ ਇਸ ਸ਼ਬਦ ਦਾ ਬੜਾ ਹਾਮੀ ਨਹੀਂ ਕਰਦਾ, ਪਰ ਲੋਕੀ ਅੱਜ ਕੱਲ੍ਹ ਇਹ ਪ੍ਰਚਲਿਤ ਹੈ ਜੀ ਟਕਸਾਲੀ ਕਾਂਗਰਸੀ, ਕਿਉਂਕਿ ਕਾਂਗਰਸ ਦੀ ਕੋਈ ਟਕਸਾਲ ਦੀ ਤਾਂ ਨਹੀਂ ਸੀ ਕੋਈ ਕਹੀ ਜਾ ਸਕਦੀ। ਸੋ ਟਕਸਾਲੀ ਕਾਂਗਰਸੀ ਜਿਹੜੇ ਹੈਗੇ ਆ ਉਹ ਜ਼ਿਆਦਾ ਜਿਹੜੇ ਹੈਗੇ, ਈਵਨ ਤੁਸੀਂ ਇਹ ਦੇਖੋ ਸ਼ਮਸ਼ੇਰ ਦੁੱਲੋ ਵਰਗੇ ਲੀਡਰ ਜਿਹੜੇ ਕਿਸੇ ਟਾਈਮ ਤੇ ਚਰਨਜੀਤ ਚੰਨੀ ਦੇ ਮੁਖਾਲਫਤ ਕਰਦੇ ਸੀ, ਉਹ ਵੀ ਚੰਨੀ ਵੱਲ ਭੁਗਤਦੇ ਨਜ਼ਰ ਆ ਰਹੇ ਨੇ। ਪ੍ਰਤਾਪ ਬਾਜਵਾ ਨੇ ਤਾਂ ਕਹਿ ਹੀ ਦਿੱਤਾ ਕਿ ਚਰਨਜੀਤ ਚੰਨੀ ਸਾਡੇ ਅਗਲੇ ਚਿਹਰਾ ਹੋਣਗੇ। ਸੋ ਚਿਹਰੇ ਦੇ ਵਾਸਤੇ ਚਿਹਰੇ ਨੂੰ ਕਿਹੜਾ ਚਿਹਰਾ ਲੀਡ ਕਰੇਗਾ, ਉਹ ਹੁਣ ਅਹਿਮੀਅਤ ਕਾਂਗਰਸ ਨੂੰ ਸਮਝ ਆ ਰਹੀ ਹੈ ਤੇ ਕਾਂਗਰਸ ਵਾਸਤੇ ਇਹ ਵੱਡਾ ਸਵਾਲ ਬਣਦਾ ਜਾ ਰਿਹਾ ਜੀ। ਔਰ ਰਾਹੁਲ ਗਾਂਧੀ ਨੇ ਇਹ ਸਾਰੀ ਗੱਲ ਸੁਣ ਕੇ ਕਿਹਾ ਅਸੀਂ ਨਾਰਮਲੀ ਇਹ ਕਰਦੇ ਤਾਂ ਨਹੀਂ ਹੈਗੇ, ਪਰ ਪੰਜਾਬ ਦੀ ਕਾਂਗਰਸ, ਪੰਜਾਬ ਦੇ ਵਰਕਰ ਜਿਹੜੇ ਹੈਗੇ, ਜੇ ਇਹ ਚਾਹੁੰਦੇ ਨੇ ਅਸੀਂ ਜਲਦੀ ਮੁੱਖ ਮੰਤਰੀ ਚਿਹਰਾ ਐਲਾਨਾਂਗੇ, ਔਰ ਉਹਦੇ ਵਾਸਤੇ ਉਹਨਾਂ ਨੇ ਕਿਹਾ ਅਸੀਂ ਆਪਣੇ ਵਰਕਰ ਤੋਂ ਸਲਾਹ ਲਵਾਂਗੇ। ਵਾਸੂ ਜੀ, ਇਹਦੇ ਚ ਚੇਤੇ ਕਰਾਉਣ ਵਾਲੀ ਗੱਲ ਇੱਥੇ ਇਹ ਆ ਜਾਂਦੀ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ, ਉਦੋਂ ਜਦੋਂ ਐਮਐਲਏ ਦੀ ਇਹਨਾਂ ਨੇ ਰਾਏ ਲਈ ਸੀ ਤਾਂ ਚਰਨਜੀਤ ਚੰਨੀ ਦਾ ਤਾਂ ਨਾਂ ਕਿਸੇ ਪਾਸੇ ਵੀ ਨਹੀਂ ਸੀ। ਉਦੋਂ ਸਭ ਤੋਂ ਮੂਹਰਲੇ ਨੰਬਰ ਦੇ ਉੱਤੇ ਜਿਹੜਾ ਸੀ ਉਹ ਜਾਖੜ ਦਾ ਨਾਂ ਸੀਗਾ, ਫਿਰ ਸੁਖੀ ਰੰਧਾਵਾ ਦਾ ਨਾਂ ਸੀ, ਪਰਨੀਤ ਕੌਰ ਦਾ ਨਾਂ ਸੀ, ਤੇ ਫਿਰ ਨਵਜੋਤ ਸਿੱਧੂ ਦਾ ਨਾਂ ਸੀ। ਚਰਨਜੀਤ ਚੰਨੀ ਦਾ ਤਾਂ ਨਾਂ ਹੀ ਨਹੀਂ ਸੀ, ਔਰ ਚਰਨਜੀਤ ਚੰਨੀ ਨੂੰ ਹਾਈ ਕਮਾਂਡ ਨੇ ਹੀ ਲਿਆਂਦਾ ਤੇ ਪਾਰਟੀ ਨੇ ਮੰਨ ਲਿਆ। ਹੁਣ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਜੀ ਅਸੀਂ ਵਰਕਰ ਦੀ ਰਾਏ ਲੈ ਕੇ ਸੀਐਮ ਚਿਹਰਾ ਅਨਾਉਂਸ ਕਰਾਂਗੇ ਕਿ ਪਾਰਟੀ ਹਾਈ ਕਮਾਂਡ ਆਪਣਾ ਇਹ ਹੱਕ ਛੱਡੂਗੀ, ਇਹਦੇ ਵਿੱਚ ਲੱਗ ਰਿਹਾ ਹੈ ਕਿ ਪਾਰਟੀ ਦੇ ਵਿੱਚ ਬਹੁਤ ਕੁਝ ਠੀਕ ਠਾਕ ਨਹੀਂ ਹੈਗਾ। ਪਰ ਹੁਣ ਗੱਲ ਨਾਲ ਇਹ ਵੀ ਚੱਲਦੀ ਹੈ ਜੀ ਕਿ ਕਾਂਗਰਸ ਦੇ ਜਿਹੜੇ 8 MP ਨੇ ਪੰਜਾਬ ਤੋਂ, ਉਹਨਾਂ ਵਿੱਚੋਂ 5 ਨੇ ਇਸ ਫੇਰੀ ਦਾ ਬਾਇਕਾਟ ਕੀਤਾ ਜੀ। ਵਾਸੂ ਜੀ, ਸਿੱਧੇ ਦਾ ਸਿੱਧਾ ਜਿਹਨੂੰ ਕਹਿੰਦੇ ਨੇ ਬਗਾਵਤ ਹੈ। 5 ਜਿਹੜੇ ਸੀਗੇ MP ਲੋਕ ਸਭਾ ਦੇ, ਉਹ ਰਾਜ ਸਭਾ ਦੇ ਤਾਂ ਚਲੋ ਉੱਥੇ ਜਿਸ ਤਰ੍ਹਾਂ ਸੀਗੇ ਆਏ ਹੋਏ ਸੀਗੇ, 5 ਜਿਹੜੇ ਸੀਗੇ ਲੋਕ ਸਭਾ ਦੇ MP, ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਬੜੇ ਕਦਾਵਰ ਨੇਤਾ ਮਨੀਸ਼ ਤਿਵਾੜੀ ਜੋ ਅਨੰਦਪੁਰ ਸਾਹਿਬ ਤੋਂ ਨੇ। ਔਰ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਹੈਰਾਨੀ ਵਾਲੀ ਗੱਲ ਹੈ ਕਿ ਰਵਨੀਤ ਬਿੱਟੂ, ਜੋ ਰਾਹੁਲ ਗਾਂਧੀ ਦੇ ਕਿਸੇ ਟਾਈਮ ਤੇ ਆਪਣੇ ਹੱਥ ਠੋਕਿਆ ਮੰਨਿਆ ਜਾਂਦਾ ਸੀ, ਰਾਹੁਲ ਗਾਂਧੀ ਦੇ ਖਾਸ ਬਲੂ ਆਈਡ ਬॉय ਮੰਨੇ ਜਾਂਦੇ ਸੀ, ਕਿਉਂਕਿ ਉਹਨਾਂ ਨੂੰ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਬਣਾਉਣਾ ਰਾਹੁਲ ਗਾਂਧੀ ਸੀ। ਔਰ ਲੋਕ ਸਭਾ ਚ ਚੀਫ ਵਿਪ ਵੀ ਨੇ ਮੇਰਾ ਖਿਆਲ ਹੈ। ਹਾਂਜੀ, ਲੋਕ ਸਭਾ ਦੇ ਵਿੱਚ ਚੀਫ ਵਿਪ ਵੀ ਨੇ ਜੀ, ਉਹ ਵੀ ਉਹਨਾਂ ਨੇ ਵੀ ਬਾਈਕਾਟ ਸੀ। ਖਡੂਰ ਸਾਹਿਬ ਤੋਂ ਜਿਹੜੇ ਆਪਣੇ ਹੈਗੇ ਜਸਵੀਰ ਸਿੰਘ ਡਿੰਪਾ ਗਿੱਲ, ਉਹ ਵੀ ਪਰੇ ਰਹੇ। ਪਰਨੀਤ ਕੌਰ ਪਟਿਆਲੇ ਤੋਂ, ਉਹਨਾਂ ਦਾ ਤਾਂ ਸੁਭਾਵਕ ਹੀ ਸੀ ਕਿਉਂਕਿ ਉਹਨਾਂ ਨੂੰ ਨੋਟਿਸ ਦਿੱਤਾ ਹੋਇਆ ਕਿ ਉਹ ਐਂਟੀ ਪਾਰਟੀ ਐਕਟੀਵਿਟੀਜ਼ ਦਾ। ਔਰ ਫਿਰ ਫਰੀਦਕੋਟ ਤੋਂ ਮੁਹੰਮਦ ਸਦੀਕ, ਉਹ ਵੀ ਨਹੀਂ ਪਹੁੰਚੇ। ਇਹਨਾਂ ਦੇ ਵਿੱਚੋਂ ਕਿਹਾ ਇਹ ਜਾਂਦਾ ਕਿ ਜਿਹੜੇ ਅੰਮ੍ਰਿਤਸਰ ਤੋਂ ਸੀ GS ਔਜਲਾ, ਉਹ ਤਾਂ ਫੋਰਫਰੰਟ ਸੀਗੇ, ਉਹਨਾਂ ਨੂੰ ਦੇਖਿਆ ਗਿਆ ਕਿ ਉਹਨਾਂ ਦੀਆਂ ਤਸਵੀਰਾਂ 'ਚ ਵੀ ਆਈਆਂ, ਪ੍ਰਤਾਪ ਸਿੰਘ ਬਾਜਵਾ ਵੀ ਨਜ਼ਰ ਆ ਰਹੇ ਸੀਗੇ। ਤੇ ਇਹਦੇ ਚ ਕਾਂਗਰਸ ਨੇ ਤਾਂ ਬੇਸ਼ੱਕ ਇਹ ਕਿਹਾ ਕਿ ਅਸੀਂ ਸਿਰਫ MLA ਜਾਂ MLAs ਦੇ ਜਿਹੜੇ ਐਸਪਾਇਰੈਂਟ ਨੇ ਜਿਨ੍ਹਾਂ ਨੂੰ ਟਿਕਟਾਂ ਦੇਣੀਆਂ ਨੇ ਉਹਨਾਂ ਨੂੰ ਹੀ ਸੱਦਿਆ ਸੀ ਤੇ MPs ਨੂੰ ਨਹੀਂ ਸੀ ਸੱਦਿਆ। ਪਰ ਇਹਦੇ ਚ ਉਹ ਲੋਕਾਂ ਸਿੱਧਾ ਇਹ ਕਹਿ ਰਿਹਾ ਕਿ ਸ਼ਾਇਦ ਅੱਜ ਕੁਝ MPs ਜਿਹੜੇ ਬਾਈਕਾਟ ਜਿਨ੍ਹਾਂ ਨੇ ਕੀਤਾ, ਉਹ ਸ਼ਾਇਦ ਅੱਜ ਪ੍ਰੈਸ ਕਾਨਫਰੰਸ ਕਰਨ ਔਰ ਪਾਰਟੀ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੀ ਹੋਈ ਆ। ਕਿਹਾ ਜਾ ਰਿਹਾ ਕਿ ਇਹਨਾਂ ਜਿਹੜੇ 5 MPs ਨੇ, ਉਹਨਾਂ ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਖਿਲਾਫ ਬਗਾਵਤ ਕੀਤੀ ਹੈ ਕਿ ਸਾਨੂੰ ਰਾਹੁਲ ਗਾਂਧੀ ਐਜ਼ ਲੀਡਰ ਮਨਜ਼ੂਰ ਨਹੀਂ। ਔਰ ਰਾਹੁਲ ਗਾਂਧੀ ਦੇ ਉਹਨਾਂ ਨੇ ਪੁੱਛਿਆ ਵੀ ਉਹ ਕਿਸ ਹੈਸੀਅਤ ਦੇ ਵਿੱਚ ਆਇਆ ਕਿ ਪ੍ਰਧਾਨ ਤਾਂ ਉਹ ਹੈ ਨਹੀਂ। ਸੋ ਔਰ ਪਿਛਲੇ ਦਿਨੀ ਉਹ ਕਿਸੇ ਉਹਨਾਂ ਦੀ ਕੋਈ ਪਾਰਟੀ 'ਚ ਅਹੁਦਾ ਵੀ ਹੈ ਨਹੀਂ ਇਸ ਵੇਲੇ, ਉਹ ਕਿਸ ਤਰ੍ਹਾਂ ਲੀਡ ਕਰ ਰਿਹਾ। ਦੂਸਰੀ ਗੱਲ ਜਿਹੜੀ ਅੰਦਰਲੀ ਗੱਲ ਇਹ ਹੈ ਕਿ ਇਹ ਬਹੁਤ ਸਾਰੇ ਲੀਡਰ ਇਸ ਗੱਲ ਤੋਂ ਖਫਾ ਨੇ ਕਿ ਜਿਸ ਤਰ੍ਹਾਂ ਆਪਾਂ ਪਹਿਲੇ ਖਬਰ ਦੇ ਵਿੱਚ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ ਚਰਨਜੀਤ ਚੰਨੀ ਨੂੰ CM ਬਣਾਇਆ ਗਿਆ ਔਰ ਫਿਰ ਨਵਜੋਤ ਸਿੱਧੂ ਨੂੰ ਕਮਾਨ ਸੰਭਾਲੀ ਗਈ,
ਔਰ ਜਿਹਦੇ ਵਿੱਚ ਪਾਰਟੀ ਦੇ ਜਦੋਂ ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾ ਰਿਹਾ ਸੀ ਉਦੋਂ ਪਾਰਟੀ ਦੇ ਲੀਡਰਸ ਦੀ ਰਾਏ ਲਈ ਗਈ। ਜਿਹੜੀ ਰਾਏ ਦਿੱਤੀ ਉਹ ਕਹਿੰਦੇ ਆ ਇਹ ਜਿਹੜੇ MP ਇਹ ਕਹਿੰਦੇ ਨੇ ਕਿ ਜਿਹੜੀ ਅਸੀਂ ਰਾਏ ਦਿੱਤੀ ਸੀ ਉਹਨੂੰ ਤਾਂ ਨਜ਼ਰਅੰਦਾਜ਼ ਕੀਤਾ ਪਾਰਟੀ ਨੇ, ਔਰ ਖਾਸ ਤੌਰ ਤੇ ਰਾਹੁਲ ਗਾਂਧੀ ਦੇ ਉੱਤੇ ਹੀ ਆ ਰਿਹਾ ਹੈ। ਇਹ ਸਾਰੀ ਦੀ ਸਾਰੀ ਇੱਕ ਤਾਂ ਇਹ ਉਹਨਾਂ ਦਾ ਸੀ ਵੀ ਸਾਨੂੰ ਇਹ ਮਨਜ਼ੂਰ ਨਹੀਂ। ਕਾਂਗਰਸ ਵਾਸਤੇ ਮੁਸ਼ਕਲਾਂ ਹੋਰ ਵੀ ਨੇ ਵਾਸੂ ਜੀ ਕਿ ਸਾਊਥ ਇੰਡੀਆ ਦੇ ਵਿੱਚੋਂ ਵੀ ਜਿਹੜੀ ਪਾਰਟੀ ਦੇ ਜਿਹੜੀ ਆਵਾਜ਼ ਉੱਠ ਰਹੀ ਹੈ ਉਹ ਪ੍ਰਿਯੰਕਾ ਗਾਂਧੀ ਦੀ ਲੀਡਰਸ਼ਿਪ ਦੇ ਖਿਲਾਫ ਵੀ ਉੱਠ ਰਹੀ ਹੈ। ਸੋ ਗਾਂਧੀ ਪਰਿਵਾਰ ਦਾ ਜਿਹੜਾ ਕੰਟਰੋਲ ਆ ਉਹਦੇ ਉੱਤੇ ਜਿਹਨੂੰ ਕਹਿ ਸਕਦੇ ਆ ਕਾਫੀ ਰੌਲਾ ਪੈ ਰਿਹਾ ਕਿ ਪਿਛਲੇ ਦਿਨੀ ਜਿਸ ਤਰ੍ਹਾਂ ਗੁਲਾਮ ਨਬੀ ਆਜ਼ਾਦ ਵੀ ਨਾਰਾਜ਼ ਹੋਏ ਔਰ ਗੁਲਾਮ ਨਬੀ ਆਜ਼ਾਦ ਨੂੰ ਪਦਮ ਸ਼੍ਰੀ ਦਾ ਮਿਲਿਆ ਤੇ ਉਹਦੇ ਚ ਪਾਰਟੀ ਦੇ ਵਿੱਚ ਵੀ ਕਾਫੀ ਰੌਲਾ ਗਿਆ ਪਿਆ। ਹੁਣ ਮਨੀਸ਼ ਤਿਵਾੜੀ ਔਰ ਜਿਹੜੇ ਗੁਲਾਮ ਨਬੀ ਆਜ਼ਾਦ ਨੇ ਸੀਨੀਅਰ ਲੀਡਰ ਤਾਂ ਹੈਗੇ ਨੇ, ਇਹ ਜਿਹੜਾ G23 ਗਰੁੱਪ ਹੈ ਉਹਦੇ ਵੀ ਮੈਂਬਰ ਨੇ ਜੋ ਪਾਰਟੀ ਦੇ ਵਿੱਚ ਰਿਫਾਰਮਸ ਦੀ ਗੱਲ ਕਰ ਰਹੇ ਆ ਕਿ ਔਰ ਇਹ ਕਹਿ ਰਹੇ ਕਿ ਪਾਰਟੀ ਦਾ ਢਾਂਚੇ ਦੇ ਵਿੱਚ ਸੁਧਾਰ ਕੀਤੇ ਜਾਣ ਔਰ ਪਾਰਟੀ ਤਾਂ ਕਿ ਲੋਕਾਂ ਤੱਕ ਜਾਵੇ। ਨਹੀਂ ਤਾਂ ਜਿਹੜਾ ਖੋਰਾ ਲੱਗ ਰਿਹਾ ਇਸ ਵੇਲੇ ਤੁਸੀਂ ਦੇਖਿਆ ਹੀ ਆ, ਲੋਕਾਂ ਨੇ ਪਾਰਟੀ ਨੂੰ ਛੱਡ ਕੇ ਜਿਸ ਤਰ੍ਹਾਂ UP ਚੋਂ ਲੋਕੀ ਛੱਡ ਕੇ ਉਹ ਦੂਸਰੀਆਂ ਪਾਰਟੀਆਂ 'ਚ ਜਾ ਰਹੇ ਨੇ। ਹੋਰ ਪ੍ਰਦੇਸ਼ਾਂ 'ਚ ਵੀ ਇਹ ਦੇਖਣ ਨੂੰ ਨਜ਼ਰ ਆ ਰਿਹਾ। ਪੰਜਾਬ 'ਚ ਵੀ ਜਿਹੜੇ ਹੈਗਾ ਗਰਾਊਂਡ ਲੈਵਲ ਤੇ ਦੇਖਣ ਨੂੰ ਨਜ਼ਰ ਆਈ ਹੈ ਇਹ ਗੱਲ। ਇਹ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਇਹ ਚਿੰਤਾ ਦਾ ਵਿਸ਼ਾ ਬਣਿਆ ਹੈ ਔਰ ਪਾਰਟੀ ਹਾਈ ਕਮਾਂਡ ਜਿਹੜੀ ਹੈ ਉਹ ਇਸ ਜਿਹੜੀ ਰਾਏ ਹੈ ਸੀਨੀਅਰ ਲੀਡਰਸ ਦੀ ਉਹਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ ਔਰ ਉਹਦਾ ਹੀ ਨਤੀਜਾ ਹੈ ਕਿ ਇੱਕ ਤਾਂ ਜਿਹੜਾ ਸੀ ਸਿਧਾਂਤਕ ਖੋਰਾ ਲੱਗਿਆ, ਫਿਰ ਜਿਹੜੀ ਪਾਰਟੀ ਹਾਈ ਕਮਾਂਡ ਦੀ ਜਿਹੜੀ ਹੁਣ ਕਮਜ਼ੋਰੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਦੇ 'ਚ ਜਿਹੜੀ ਪਾਰਟੀ ਵਾਸਤੇ ਬੇਚੈਨੀ ਆ ਔਰ 5 ਸੂਬਿਆਂ ਦੀ ਇਲੈਕਸ਼ਨ ਸਪੈਸ਼ਲੀ ਜਦੋਂ ਤੁਸੀਂ UP ਵਰਗੇ ਵੱਡੇ ਸੂਬੇ 'ਚ ਇਲੈਕਸ਼ਨ ਲੜਨ ਜਾ ਰਹੇ ਹੋ ਉਦੋਂ ਤੁਹਾਡੀ ਪਾਰਟੀ 'ਚ ਇਹੋ ਜਿਹੀ ਜਿਹੜਾ ਵਿੱਚ ਸਮੱਸਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣ। ਉਹ ਪਾਰਟੀ ਜਿਹੜੀ ਸਭ ਤੋਂ ਦੇਸ਼ ਦੀ ਸਭ ਤੋਂ ਪੁਰਾਣੀ ਪੋਲੀਟੀਕਲ ਪਾਰਟੀ ਆ ਉਹਦਾ ਤੁਸੀਂ ਸਮਝ ਸਕਦੇ ਹੋ ਵੀ ਉਹਦੇ ਅੰਦਰੂਨੀ ਹਾਲਾਤ ਕਿਹੋ ਜਿਹੇ ਬਣ ਚੁੱਕੇ ਜੀ। ਬੰਦੇਰ ਸਾਹਿਬ, ਮੈਂ ਪ੍ਰਸ਼ਾਂਤ ਕਿਸ਼ੋਰ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਕਿ ਵੈਸਟ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਤਕਰੀਬਨ 4 ਮਹੀਨੇ ਕਹਿੰਦੇ ਮੈਂ ਕਾਂਗਰਸ ਦੇ ਨਾਲ ਕੰਮ ਕਰਦਾ ਰਿਹਾ। ਕਹਿੰਦੇ ਪਾਰਟੀ ਨੂੰ ਮੁੜ ਮਜ਼ਬੂਤ ਕਿਵੇਂ ਕੀਤਾ ਜਾਏ ਇਹਦੇ ਬਾਰੇ ਕਹਿੰਦੇ ਕਾਫੀ ਵਿਚਾਰ ਵਟਾਂਦਰਾ ਹੋਇਆ। ਕਹਿੰਦੇ ਮੈਂ ਕਈ ਸੁਝਾਅ ਦਿੱਤੇ, ਕਾਫੀ ਕੰਮ ਕੀਤਾ, ਪਰ ਕਹਿੰਦੇ ਪਾਰਟੀ ਕੁਝ ਇੱਕ ਚੀਜ਼ਾਂ ਤੇ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਸੋ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਹੁਣ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਤੋਂ ਇਲਾਵਾ ਹੁਣ ਸੋਚਣਾ ਪਏਗਾ ਕਾਂਗਰਸ ਪਾਰਟੀ ਨੂੰ ਜੇ ਆਪਣੀ ਹੋਂਦ ਬਰਕਰਾਰ ਰੱਖਣੀ ਹੈ? ਵਾਸੂ ਜੀ ਇਹ ਬਹੁਤ ਹੀ ਜਿਹੜਾ Catch-22 ਵਾਲੀ ਸਿਚੁਏਸ਼ਨ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਉਹ ਹੈ ਕਿ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਹੁਣ ਜਿਹੜੇ ਸੀਨੀਅਰ ਲੀਡਰਸ ਨੇ ਉਹ ਮੰਨਣ ਨੂੰ ਤਿਆਰ ਨਹੀਂ, ਪਰ ਪਾਰਟੀ ਨੂੰ ਬੰਨ ਕੇ ਰੱਖਣ ਵਾਲਾ ਗਾਂਧੀ ਪਰਿਵਾਰ ਤੋਂ ਇਲਾਵਾ ਸ਼ਾਇਦ ਕੋਈ ਸੂਤਰ ਹੋਰ ਹੋਵੇ ਨਾ। ਔਰ ਗਾਂਧੀ ਪਰਿਵਾਰ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਪਾਰਟੀ ਨਿਘਾਰ ਵਾਲੇ ਪਾਸੇ ਜਾ ਰਹੀ ਹੈ। ਤੁਸੀਂ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ, ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਇੰਨੀਆਂ ਸੀਟਾਂ ਵੀ ਨਾ ਮਿਲਣ ਕਿ ਉਹਨੂੰ ਆਪੋਜੀਸ਼ਨ ਪਾਰਟੀ ਦਾ ਦਰਜਾ ਮਿਲ ਜੇ ਤੇ ਔਰ ਉਹਨਾਂ ਦੇ ਲੀਡਰ ਨੂੰ ਲੀਡਰ ਆਫ ਦੀ ਆਪੋਜੀਸ਼ਨ ਦਾ ਦਰਜਾ ਮਿਲ ਜੇ, ਇੱਥੇ ਤੱਕ ਗੱਲ ਸ਼ੁਰੂ ਹੋ ਜਾਏ। ਔਰ ਜਿਸ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਜਿਹੜੀ ਇਹ ਸੁਝਾਅ ਆਉਂਦੇ ਨੇ ਕੱਲੇ ਪ੍ਰਸ਼ਾਂਤ ਕਿਸ਼ੋਰ ਕੋਲੋਂ ਨਹੀਂ, ਆ ਜਿਹੜਾ G23 ਦਾ ਗਰੁੱਪ ਹੈ ਜਿਹਦੇ ਵਿੱਚ ਕਪਿਲ ਸਿੱਬਲ ਵਰਗੇ, ਫਿਰ ਜੀ ਜੈਰਾਮ ਰਮੇਸ਼ ਵਰਗੇ, ਈਵਨ ਕਦੇ ਸ਼ਸ਼ੀ ਥਰੂਰ ਵਰਗੇ ਵੀ ਆਪਣੀਆਂ ਟਿੱਪਣੀਆਂ ਦਿੰਦੇ ਨੇ ਕਿ ਪਾਰਟੀ 'ਚ ਸੁਧਾਰ ਕਰਨ ਦੀ ਲੋੜ ਹੈ ਔਰ ਉਸ ਸੁਧਾਰ ਨੂੰ ਰੋਕਣ ਦੇ ਵਿੱਚ ਗਾਂਧੀ ਪਰਿਵਾਰ ਸਭ ਤੋਂ ਮੂਹਰੇ ਵੱਡਾ ਅੜਿੱਕਾ ਬਣਿਆ ਹੈ। ਸੋ ਗਾਂਧੀ ਪਰਿਵਾਰ ਤੋਂ ਬਿਨਾਂ ਪਾਰਟੀ ਇਕੱਠੀ ਨਹੀਂ ਰਹਿੰਦੀ, ਗਾਂਧੀ ਪਰਿਵਾਰ ਦੇ ਨਾਲ ਪਾਰਟੀ ਉੱਭਰ ਨਹੀਂ ਰਹੀ। ਸੋ ਪਾਰਟੀ ਦੇ ਵਾਸਤੇ ਬਹੁਤ ਹੀ ਔਖਾ ਟਾਈਮ ਹੋ ਰਿਹਾ। ਇਹ ਪਾਰਟੀ ਜਿਹੜੀ ਕਿਸੇ ਟਾਈਮ ਤੇ ਪ੍ਰਧਾਨ ਮੰਤਰੀ ਮੋਦੀ ਦਾ ਨਾਰਾ ਸੀ ਕਿ ਕਾਂਗਰਸ ਮੁਕਤ ਭਾਰਤ ਬਣਾਉਣਾ, ਉਹ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਕੋਲੋਂ ਤਾਂ ਹੋਵੇ ਜਾਂ ਨਾ ਹੋਵੇ, ਮੈਨੂੰ ਲੱਗਦਾ ਗਾਂਧੀ ਪਰਿਵਾਰ ਨੇ ਹੀ ਕਾਂਗਰਸ ਮੁਕਤ ਭਾਰਤ ਬਣਾ ਕੇ ਰੱਖ ਦੇਣਾ। ਜੀ ਪੰਦੇਰ ਸਾਹਿਬ, ਹੁਣ ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਸੋਮਵਾਰ ਤੱਕ ਦੀ ਰੋਕ ਲਗਾ ਦਿੱਤੀ ਹੈ ਜੀ। ਹਾਂਜੀ ਵਾਸੂ ਜੀ, ਬਿਲਕੁਲ ਸੋਮਵਾਰ ਯਾਨੀ ਕਿ 31 ਜਨਵਰੀ ਤੱਕ ਰੋਕ ਲਾਈ ਹੈ। ਇਹਦੇ 'ਚ ਆਪਣੇ ਸਰੋਤਿਆਂ ਦੇ ਨਾਲ ਗੱਲ ਬਹੁਤ ਕਲੈਰੀਫਾਈ ਕਰਨ ਦੀ ਲੋੜ ਹੈ। ਜ਼ਮਾਨਤ ਨਹੀਂ ਮਿਲੀ ਬਿਕਰਮ ਮਜੀਠੀਆ ਨੂੰ, ਅਰੈਸਟ ਦੇ ਉੱਤੇ ਜਿਹੜੀ ਹੈਗੀ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾਈ ਹੈ ਸੁਪਰੀਮ ਕੋਰਟ ਨੇ। ਗ੍ਰਿਫਤਾਰ ਕੋਈ ਉਹਨਾਂ ਨੂੰ ਜ਼ਮਾਨਤ ਨਹੀਂ ਜੇ ਦਿੱਤੀ ਔਰ ਬਹੁਤ ਸਾਰੇ ਲੋਕੀ ਕਹ ਰਹੇ ਕਿ ਜ਼ਮਾਨਤ ਮਿਲ ਗਈ ਜੀ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ। ਜ਼ਮਾਨਤ ਨਹੀਂ ਮਿਲੀ, ਜ਼ਮਾਨਤ ਹੁੰਦੀ ਹੈ ਬੇਲ। ਇਹ ਸਟੇ ਹੈ ਜੀ ਔਨ ਅਰੈਸਟ। ਸੋ ਉਹਨਾਂ ਦੋਹਾਂ ਚੀਜ਼ਾਂ 'ਚ ਫਰਕ ਸਮਝ ਲੈਣਾ ਚਾਹੀਦਾ। ਪਿਛਲੇ ਦਿਨੀ ਜਿਹੜਾ
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੀ, ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਐਂਟੀਸਿਪੇਟਰੀ ਬੇਲ ਸੀ ਉਹਨੂੰ ਰਿਜੈਕਟ ਕਰ ਦਿੱਤਾ ਸੀ, ਔਰ ਬਿਕਰਮ ਸਿੰਘ ਮਜੀਠੀਆ ਨੇ ਫਿਰ ਟਾਈਮ ਮੰਗਿਆ ਸੀ 1 ਹਫ਼ਤੇ ਦਾ, ਪਰ ਹਾਈ ਕੋਰਟ ਨੇ ਸਿਰਫ 3 ਦਿਨਾਂ ਦਾ ਉਹਨਾਂ ਨੂੰ ਟਾਈਮ ਦਿੱਤਾ ਸੀ। ਉਸ ਤੋਂ ਬਾਅਦ ਕੱਲ ਜਿਹੜੀ ਸੀ ਉਹਨਾਂ ਨੇ ਆਪਣੀ ਅਰਜੀ ਉੱਥੇ ਪਾਈ ਔਰ ਇਮੀਡੀਏਟਲੀ ਉਹ ਸੁਣੀ ਗਈ। ਜਿਹੜੇ ਬੈਂਚ ਹੈਗਾ ਉਹ ਚੀਫ ਜਸਟਿਸ ਆਫ ਇੰਡੀਆ NV ਰਮੰਨਾ ਦਾ ਬੈਂਚ ਹੈਗਾ, ਉਹਨਾਂ ਦੇ ਸਾਹਮਣੇ ਇਹ ਕੇਸ ਆਈ ਔਰ ਬਿਕਰਮ ਮਜੀਠੀਆ ਦੇ ਜਿਹੜੇ ਵਕੀਲ ਹੈ ਮੁਕੁਲ ਰੋਹਤਗੀ, ਉਹਨਾਂ ਨੇ ਇਹ ਕਿਹਾ ਕਿ ਜੀ ਇਹ ਸਾਰੇ ਦਾ ਸਾਰਾ ਕੇਸ ਸਿਆਸੀ ਬਦਲਾਖੋਰੀ ਦਾ ਕੇਸ ਹੈ। ਔਰ ਜਦੇ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਨੇ ਇਹ ਕਿਹਾ ਕਿ ਅੱਜ ਕੱਲ੍ਹ ਜਾਂ ਤਾਂ ਇਲੈਕਸ਼ਨਾਂ ਦਾ ਤਾਪ ਬੜਾ ਚੜ ਗਿਆ, ਇਲੈਕਸ਼ਨ ਵਾਇਰਸ ਨਵਾਂ ਕੋਈ ਫੈਲ ਗਿਆ ਲੱਗਦਾ, ਕਹਿੰਦੇ ਇੰਝ ਲੱਗਦਾ ਹਰ ਇੱਕ ਬੰਦਾ ਜਿਹੜਾ ਉੱਠ ਕੇ ਜੀ ਉਹ ਅਦਾਲਤਾਂ ਨੂੰ ਭੱਜਿਆ ਜਾ ਰਿਹਾ। ਤੇ ਜਿਹੜੇ ਪੰਜਾਬ ਸਰਕਾਰ ਵਾਸਤੇ ਸੀ ਪੀ ਚਿਦੰਬਰਮ ਸਾਬਕਾ ਯੂਨੀਅਨ ਹੋਮ ਮਿਨਿਸਟਰ ਜਿਹੜੇ ਸੀਗੇ ਉਹ ਪੇਸ਼ ਹੋਏ, ਉਹਨਾਂ ਨੇ ਪੁੱਛਿਆ ਕਿ ਕੀ ਇਹ ਜਾਇਜ਼ ਹੈ ਜੀ ਤੁਹਾਡੀ ਕਾਰਵਾਈ, ਤੇ ਚਿਦੰਬਰਮ ਨੇ ਕਾਫੀ ਕਿਹਾ ਜੀ, ਦੱਸਿਆ ਕਿ ਸਾਰੀ ਦੀ ਸਾਰਾ ਕੇਸ ਦੀ ਜਿਸ ਤਰ੍ਹਾਂ ਦੱਸਿਆ ਵੀ ਕੇਸ ਰਜਿਸਟਰ ਹੋਇਆ, FIR ਰਜਿਸਟਰ ਹੋਈ, ਇੱਕ SIT ਬਣੀ ਆ ਔਰ ਇਹ ਕੇਸ ਕਾਫੀ ਪੁਰਾਣਾ ਚੱਲਦਾ ਆ ਰਿਹਾ। ਤੇ ਜਿਹੜਾ ਸੀਗਾ ਜਦੋਂ ਆਪਣੇ ਜਦੋਂ ਹਾਈ ਕੋਰਟ ਨੇ ਉਹਨਾਂ ਦੀ ਬੇਲ ਰਿਜੈਕਟ ਕੀਤੀ, ਉਹ ਕਹਿੰਦੇ ਜੀ ਬਿਕਰਮ ਮਜੀਠੀਆ ਉਸ ਤੋਂ ਬਾਅਦ ਚੋਂ ਰੂਪੋਸ਼ ਹੋ ਗਏ। ਇਸ ਦੇ ਉੱਤੇ ਚੀਫ ਜਸਟਿਸ ਰਮੰਨਾ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਇਹ ਸੋਮਵਾਰ ਨੂੰ ਸੁਣਾਂਗੇ ਕੇਸ, ਉਦੋਂ ਤੱਕ ਆਪਣੀ ਜਿਹੜੀ ਸੂਬਾ ਸਰਕਾਰ ਹੈਗੀ ਆ ਉਹਨੂੰ ਕਹੋ ਉਹ ਕੁਛ ਨਾ ਕਰਨ। ਇਹਦੇ ਵਿੱਚ ਥੋੜਾ ਜਿਹਾ ਇੰਪੋਰਟੈਂਟ ਇਸ ਲਈ ਆ ਜਾਂਦਾ ਕਿ ਬਿਕਰਮ ਮਜੀਠੀਆ ਹੁਣ ਸ਼ਾਇਦ 2 ਕੌਂਸਟੀਟੂਐਂਸੀਆਂ ਤੋਂ ਲੜਨਗੇ, ਆਪਣੀ ਮਜੀਠਾ ਹਲਕੇ ਤੋਂ ਵੀ ਲੜਨਗੇ ਤੇ ਅੰਮ੍ਰਿਤਸਰ ਈਸਟ ਨਵਜੋਤ ਸਿੱਧੂ ਦੇ ਖਿਲਾਫ ਵੀ ਉਹਨਾਂ ਨੂੰ ਪਾਰਟੀ ਨੇ ਉਤਾਰਿਆ। ਅਸੀਂ ਕੱਲ੍ਹ ਇਹ ਗੱਲ ਕਰਦੇ ਸੀਗੇ ਕਿ ਅਮੂਮਨ ਸਿਆਸੀ ਪਾਰਟੀਆਂ ਲੋਕਾਂ ਨੂੰ ਲੜਾ ਕੇ ਵਿੱਚੋਂ ਸਵਾਦ ਲੈਂਦੀਆਂ ਔਰ ਆਪਣੇ ਸਿਆਸੀ ਮੁਫਾਦ ਲੈਂਦੇ ਆ, ਪਰ ਹੁਣ ਇਹ ਲੜਾਈ ਦੇ ਉੱਤੇ ਲੋਕਾਂ ਨੇ ਸਵਾਦ ਲੈਣ ਦਾ ਟਾਈਮ ਸੀਗਾ ਕਿ ਜਦੋਂ 2 ਵੱਡੇ ਸਾਨ ਭਿੜਨਗੇ ਤਾਂ ਫਿਰ ਕਿਹੋ ਜਿਹੀ ਲੜਾਈ ਹੋਊਗੀ ਪੰਜਾਬ ਦੀ। ਇਹਨੂੰ ਅੰਗਰੇਜ਼ੀ ਦੇ ਅਖਬਾਰ ਦਾ ਇਹ ਕਹਿੰਦੇ ਜੀ ਮਦਰ ਆਫ ਆਲ ਇਲੈਕਟੋਰਲ ਬੈਟਲਸ ਇਨ ਪੰਜਾਬ, ਵੀ ਇਹ ਸਭ ਤੋਂ ਵੱਡਾ ਘਮਾਸਾਨ ਜਿਹੜਾ ਹੈ ਉਹ ਹੁਣ ਜਿਹੜੀ ਅੰਮ੍ਰਿਤਸਰ ਈਸਟ ਦੇ ਵਿੱਚ ਹੋਏਗਾ। ਦੋਨੋਂ ਪਾਸੇ ਇੱਕ ਤਾਂ ਇਹ ਗੱਲ ਹੈਗੀ ਹੈ, ਦੂਸਰੇ ਪਾਸੇ ਲੋਕੀ ਇੱਕ ਤਾਂ ਜਿਹੜਾ ਵਰਗ ਹੈ ਵਾਸੂ ਜੀ ਉਹ ਇਹ ਚਾਹੁੰਦਾ ਕਿ ਉਹ ਇੱਕ ਬਿਕਰਮ ਮਜੀਠੀਆ ਇਸ ਇਲੈਕਸ਼ਨ ਦੇ ਵਿੱਚ ਸਿੱਧੀ ਤਰ੍ਹਾਂ ਆਪਣਾ ਪ੍ਰਚਾਰ ਕਰ ਸਕਣ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ। ਪਰ ਇੱਕ ਕਾਫੀ ਵਰਗ ਪੰਜਾਬ ਦੇ ਵਿੱਚ ਉਹ ਵੀ ਹੈਗਾ ਜੋ ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਵੀ ਦੇਖਣਾ ਚਾਹੁੰਦਾ। ਪੰਜਾਬ ਸਰਕਾਰ ਜਦੋਂ ਪਿਛਲੀ ਵਾਰੀ ਬਣੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋਂ ਸੌਹਾਂ ਖਾਧੀਆਂ ਸੀ ਉਦੋਂ ਵੀ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਨਸ਼ੇ ਦੇ ਮਾਮਲੇ ਨੇ ਜਾਂ ਹੋਰ ਨੇ ਬੇਅਦਬੀ ਦੇ ਮਾਮਲੇ ਨੇ ਉਹਨਾਂ ਦੇ ਇਨਸਾਫ ਕੀਤਾ ਜਾਊਗਾ। 4.5 ਪੌਣੇ 5 ਸਾਲ, ਹੁਣ ਤਾਂ 5 ਸਾਲ ਕਹਿ ਲਓ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਹੋਈ, ਜਿਹਦੇ ਕਾਰਨ ਇੱਕ ਕਾਰਨ ਸੀ ਔਰ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਵੀ ਲੱਗਿਆ ਸੀ ਕਿ ਉਹ ਬਿਕਰਮ ਮਜੀਠੀਆ ਦੇ ਫਾਦਰ ਦੇ ਦੋਸਤ ਰਹੇ ਨੇ, ਆਪਣੀ ਦੋਸਤੀ ਪੁਗਾ ਗਏ ਤੇ ਇਸ ਲਈ ਬਿਕਰਮ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਮੌਜੂਦਾ ਸਰਕਾਰ ਨੇ ਸਪੈਸ਼ਲੀ ਨਵਜੋਤ ਸਿੱਧੂ ਨੇ ਬੜਾ ਜ਼ੋਰ ਨਾਲ ਕਿਹਾ ਸੀ ਮੈਂ ਇੱਕ 6 ਫੁੱਟਾ ਕਾਂ ਟੰਗਣਾ, ਸੋ ਉਹ ਕਾਰਵਾਈ ਜਦੋਂ ਸ਼ੁਰੂ ਹੋ ਰਹੀ ਆ ਹੁਣ ਉਹ ਕਿਉਂਕਿ ਇੰਨਾ ਟਾਈਮ ਨਹੀਂ ਮਿਲਿਆ ਇਸ ਸਰਕਾਰ ਨੂੰ ਉਸ ਨੂੰ ਪ੍ਰੋਪਰਲੀ ਕਿਸੇ ਸਿਰੇ ਚੜਾਉਣ ਦਾ। ਸੋ ਕੋਈ ਹੁਣ ਸਮਝ ਲਓ 4 ਹਫ਼ਤਿਆਂ ਦੇ ਅੰਦਰ ਤਾਂ ਵੋਟਾਂ ਪੈ ਜਾਣੀਆਂ ਨੇ, ਸੋ ਇਹ ਕਿੱਥੇ ਤੱਕ ਜਾਊਗੀ ਗੱਲ ਉਹ ਤਾਂ ਦੂਸਰੀ ਹੈ, ਪਰ ਸਿਆਸਤ ਦੇ ਵਿੱਚ ਜਿਹਨੂੰ ਕਹਿ ਸਕਦੇ ਹੋ ਇੱਕ ਵਧੀਆ ਤੜਕਾ ਲੱਗਿਆ ਹੈ। ਤੇ ਜੀ ਮਨੀ ਲਾਂਡਰਿੰਗ ਕੇਸ ਦੇ ਵਿੱਚ ਹਾਈ ਕੋਰਟ ਨੇ ਸੁਖਪਾਲ ਖਹਿਰਾ ਨੂੰ ਬੇਲ ਦੇ ਦਿੱਤੀ ਹੈ, ਜ਼ਮਾਨਤ ਮਿਲੀ ਹੈ ਇਸ ਕੇਸ ਵਿੱਚ। ਹਾਂਜੀ, ਦੂਸਰਾ ਕੇਸ ਸੀਗਾ ਜੀ, ਕਾਫੀ ਹਾਈ ਪ੍ਰੋਫਾਈਲ ਕੇਸ ਹੈ। ਸੁਖਪਾਲ ਖਹਿਰਾ ਇੱਕ ਜਿਹਨੂੰ ਕਹਿੰਦੇ ਖੁੱਲ੍ਹ ਕੇ ਬੋਲਣ ਵਾਲੇ ਲੀਡਰ ਹੈ। ਇੱਕ ਵਰਗ ਉਹ ਵੀ ਹੈ ਜਿਹੜਾ ਸੁਖਪਾਲ ਖਹਿਰਾ ਦੇ ਨਾਲ ਵੀ ਬਹੁਤ ਨਜ਼ਦੀਕੀ ਨਾਲ ਜੁੜਿਆ ਹੈ। ਬੇਸ਼ੱਕ ਉਹਨਾਂ ਨੂੰ ਵੋਟਾਂ ਪਿਛਲੀ ਵਾਰੀ ਜਦੋਂ ਆਪਣੇ ਹਰਸਿਮਰਤ ਬਾਦਲ ਦੇ ਖਿਲਾਫ ਖੜੇ ਸੀ ਕੋਈ ਖਾਸ ਨਹੀਂ ਸੀ ਮਿਲੀਆਂ ਜਦੋਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ, ਪਰ ਸੁਖਪਾਲ ਖਹਿਰਾ ਦੀ ਜਿਹੜਾ ਟਿੱਪਣੀ ਕਰਨ ਦਾ ਜਿਹੜਾ ਹੈ ਉਹ ਉਹਨਾਂ ਨੂੰ ਕਈ ਲੋਕਾਂ ਦੇ ਵਿੱਚ ਹਰਮਨਪ੍ਰੀਤ ਲੀਡਰ ਬਣਾਉਂਦਾ। ਸੁਖਪਾਲ ਖਹਿਰਾ ਉਹਨਾਂ ਨੇ ਕਈ ਵਾਰੀ ਕਿਹਾ ਕਿ ਜਿਹੜੇ ਟੌਪ ਦੇ ਲੀਡਰਸ ਨੇ ਸਾਰੀਆਂ ਪਾਰਟੀਆਂ ਦੇ, ਚਾਹੇ ਬਾਦਲ, ਉਹਨਾਂ ਨੇ ਸਿੱਧਾ ਕਈ ਵਾਰੀ ਕਿਹਾ ਬਾਦਲ ਪਰਿਵਾਰ ਹੋਣ, ਫਿਰ ਬਾਅਦ ਚੋਂ ਅਮਰਿੰਦਰ ਸਿੰਘ ਨੂੰ ਵੀ ਕਿਹਾ, ਉਹਨਾਂ ਨੇ ਟਾਰਗੇਟ ਕੀਤਾ। ਬੇਸ਼ੱਕ ਅਮਰਿੰਦਰ ਸਿੰਘ ਦੇ ਉਹਨਾਂ ਦੇ ਨਾਲ ਬਾਅਦ ਚੋਂ ਉਹਨਾਂ ਦੀ ਦੋਸਤੀ ਵੀ ਹੋ ਗਈ,
ਤੇ ਉਹ ਇਲਜ਼ਾਮ ਲਗਾਉਂਦੇ ਸੀ ਕਿ ਜਿਹੜੇ ਉੱਪਰਲੇ ਲੀਡਰ ਨੇ ਉਹ ਉਹਨਾਂ ਨੂੰ ਟਾਰਗੇਟ ਕਰਦੇ ਆ। ਔਰ ਈਡੀ ਨੇ ਪਿੱਛੇ ਜੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਇੱਕ ਕੇਸ ਸੀ ਮਨੀ ਲਾਂਡਰਿੰਗ ਦਾ, ਔਰ ਉਹ ਮਨੀ ਲਾਂਡਰਿੰਗ ਦੇ ਵਿੱਚ ਸੀ ਨਾਲ ਡਰੱਗ ਟ੍ਰੈਫਿਕਿੰਗ ਦਾ। ਫਾਜ਼ਿਲਕਾ ਦਾ ਇੱਕ ਕੇਸ ਸੀ, ਕੋਈ 2017 ਦਾ ਕੇਸ ਸੀ, ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ। ਚਾਰਜ ਸ਼ੀਟ ਦੇ ਵਿੱਚ ਈਡੀ ਨੇ ਇਹ ਕਿਹਾ ਸੀ ਕੋਈ 6 ਕਰੋੜ ਰੁਪਈਆ ਸੁਖਪਾਲ ਖਹਿਰਾ ਨੇ ਆਪਣੇ ਆਪ ਤੇ ਔਰ ਆਪਣੇ ਪਰਿਵਾਰ ਤੇ ਖਰਚਿਆ, ਜਦਕਿ ਉਹਨਾਂ ਦੀ ਆਮਦਨੀ ਦੇ ਸਰੋਤ ਦੱਸਦੇ ਸੀ ਕਿ ਆਮਦਨੀ ਸਿਰਫ 3 ਕਰੋੜ ਦੀ ਸੀ। ਸੋ ਇਹ ਸਾਰੇ ਦਾ ਸਾਰਾ ਜਿਹੜਾ ਇੱਕ ਸੀ ਕਿ ਈਡੀ ਨੇ ਜਦੋਂ ਕੀਤਾ ਪਤਾ ਕੀਤਾ ਕੋਈ 2 ਕਿਲੋ ਹੈਰੋਇਨ ਸੀਗੀ, ਕੋਈ 24 ਗੋਲਡ ਸੋਨੇ ਦੇ ਬਿਸਕਿਟ ਸੀ, ਕੋਈ ਵੈਪਨ ਵੀ ਆਏ, ਪਾਕਿਸਤਾਨ ਤੋਂ ਸਿਮ ਕਾਰਡ ਵੀ ਆਏ। ਉਹ ਸਾਰੇ ਦਾ ਸਾਰਾ ਕੇਸ ਇੱਕ ਫੇਕ ਪਾਸਪੋਰਟ ਰੈਕਟ ਵੀ ਬਣਾਇਆ ਜਾਂਦਾ ਸੀ। ਉਹਦੇ ਵਿੱਚ ਜਿਹੜੇ ਮੇਨ ਅਕਿਊਜ਼ਡ ਨੇ, ਉਹ 'ਚ ਕੋਈ ਗੁਰਦੇਵ ਸਿੰਘ ਸੀਗੇ, ਉਹਦੇ ਨਾਲ ਸੰਬੰਧਾਂ ਦੀ ਗੱਲ ਕੀਤੀ ਜਾਂਦੀ ਸੀ। ਉਸ ਦੇ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ, ਪਰ ਉਹ ਕੇਸ ਅੱਗੇ ਨਹੀਂ ਸੀ ਤੁਰਿਆ। ਹੁਣ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਰੈਸਟ ਕਰ ਲਿਆ, ਇਹਨਾਂ ਨੂੰ ਵੀ ਬੇਲ ਨਹੀਂ ਸੀ ਮਿਲੀ, ਤਾਂ ਪਿਛਲੇ ਦਿਨੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਫੇਰ ਟਿਕਟ ਦਿੱਤੀ ਭੁਲੱਥ ਤੋਂ ਬੀਬੀ ਜਗੀਰ ਕੌਰ ਦੇ ਖਿਲਾਫ। ਤਾਂ ਸੁਖਪਾਲ ਖਹਿਰਾ ਨੇ ਇੱਕ ਅਰਜ਼ੀ ਮੂਵ ਕੀਤੀ ਸੀ ਕਿ ਵੀ ਮੈਨੂੰ ਆਪਣੇ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਦਿੱਤਾ ਜਾਵੇ, ਪਰ ਨਾਲ ਦੀ ਨਾਲ ਜਿਹੜੀ ਬੇਲ ਦੀ ਸੀਗੀ ਉਹ ਕਾਰਵਾਈ ਵੀ ਚੱਲ ਰਹੀ ਸੀ, ਕਿਉਂਕਿ ਹੁਣ ਚਾਰਜ ਸ਼ੀਟ ਵਾਸੂ ਜੀ ਫਾਈਲ ਹੋ ਗਈ ਆ, ਤਫਤੀਸ਼ ਦਾ ਹੁਣ ਕੋਈ ਜ਼ਿਆਦਾ ਕੰਮ ਰਹਿ ਨਹੀਂ ਜਾਂਦਾ। ਤਾਂ ਫਿਰ ਜਿਹੜੀ ਹੁੰਦੀ ਹੈ ਜ਼ਮਾਨਤ, ਇੱਕ ਆਲਮੋਸਟ ਅਕਿਊਜ਼ ਦਾ ਰਾਈਟ ਬਣ ਜਾਂਦਾ। ਸੋ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ, ਇਹਨਾਂ ਨੂੰ ਪ੍ਰੋਪਰ ਜ਼ਮਾਨਤ ਮਿਲੀ ਹੈ। ਜਿਸ ਤਰ੍ਹਾਂ ਅਸੀਂ ਵਿਕਰਮ ਮਜੀਠੀਆ ਉਹਨਾਂ ਨੂੰ ਕਿਹਾ ਸੀ, ਉਹਨਾਂ ਦੀ ਅਰੈਸਟ ਦੇ ਉੱਤੇ ਸਟੇ ਹੈ, ਇਹਨਾਂ ਨੂੰ ਬੇਲ ਮਿਲੀ ਹੈ। ਇਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੇਲ ਦੇ ਦਿੱਤੀ ਹੈ, ਤੇ ਹੁਣ ਉਹ ਆਪਣਾ ਕੱਲਾ ਈਵਨ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੋ ਆਬਜੈਕਸ਼ਨ ਕੀਤਾ ਕਿ ਇਹ ਆਪਣੀ ਨਾਮਜ਼ਦਗੀ ਕਰ ਲੈਣ, ਉਹਨਾਂ ਨੂੰ ਕੋਈ ਇਹਦੇ 'ਚ ਆਪੱਤੀ ਨਹੀਂ ਹੈ। ਸੋ ਹੁਣ ਅਸੀਂ ਜਿਹੜੀ ਭੁਲੱਥ ਕੌਂਸਟੀਟੂਐਂਸੀ ਆ ਉਹਦੇ ਵਾਸਤੇ ਸੁਖਪਾਲ ਖਹਿਰਾ ਫਰੀ ਨੇ ਆਪਣੇ ਕੌਂਸਟੀਟੂਐਂਸੀ 'ਚ ਆਪਣੇ ਵੋਟਰਸ ਦੇ ਨਾਲ ਇੰਟਰੈਕਟ ਕਰਨ ਦੇ ਕਿੰਨੀ ਕੁ ਸਕਸੈਸ ਮਿਲਦੀ ਆ, ਪਾਰਟੀ ਦਾ ਕਿੰਨੀ ਕੁ ਸਪੋਰਟ ਮਿਲਦੀ ਹੈ, ਕਿਉਂਕਿ ਬਹੁਤ ਜਿਵੇਂ ਰਾਣਾ ਗੁਰਜੀਤ ਦੇ ਨਾਲ ਸਿੱਧਾ ਹੀ ਅੱਡਾ ਉੱਥੇ ਪਿਆ ਹੈ, ਉੱਥੇ ਲੜਾਈ ਵੀ ਪੂਰੀ ਗਹਿ ਗੱਚ ਹੋਣੀ ਹੈ। ਇਹ ਵੀ ਇੱਕ ਹੌਟ ਸੀਟ ਹੈ। ਸੁਖਪਾਲ ਖਹਿਰਾ ਬੀਬੀ ਜਗੀਰ ਕੌਰ ਨੂੰ ਪਹਿਲਾਂ ਹਰਾ ਚੁੱਕੇ ਨੇ, ਤੇ ਫਿਰ ਐਤਕੀ ਕੀ ਬਣੇਗਾ? ਅਕਾਲੀ ਦਲ ਦਾ ਵੀ ਪੂਰਾ ਜ਼ੋਰ ਲੱਗੂਗਾ, ਕਿਉਂਕਿ ਅਰੈਸਟ ਹੋ ਚੁੱਕੀ ਆ ਸੁਖਪਾਲ ਖਹਿਰਾ, ਥੋੜਾ ਜਿਹਾ ਡਿਫੈਂਸਿਵ ਵੀ ਹੋਣਗੇ। ਸੋ ਆਉਣ ਵਾਲੇ ਦਿਨਾਂ 'ਚ ਇੱਥੇ ਵੀ ਜਿਹੜੀ ਲੜਾਈ ਹੋਊਗੀ, ਇੱਥੇ ਆਪਸ ਦੇ ਵਿੱਚ ਜਿਹੜਾ ਨੈਰੇਟਿਵ ਸੈੱਟ ਹੋਏਗਾ, ਉਹ ਵੀ ਸਾਨੂੰ ਦੇਖਣ ਲਈ ਇੰਟਰਸਟਿੰਗ ਹੋਏਗਾ ਜੀ। ਵਾਸੂ ਜੀ, ਪੰਦੇਰ ਸਾਹਿਬ, ਹੁਣ ਬੀਜੇਪੀ ਵੱਲੋਂ ਕੈਂਡੀਡੇਟਸ ਦੀ ਜਿਹੜੀ ਸੈਕੰਡ ਲਿਸਟ ਹੈ, ਦੂਜੀ ਸੂਚੀ, ਉਹ ਜਾਰੀ ਕੀਤੀ ਗਈ ਹੈ, ਪਰ ਬਰਨਾਲੇ ਤੋਂ ਹਰਜੀਤ ਗਰੇਵਾਲ ਨੂੰ ਟਿਕਟ ਨਹੀਂ ਦਿੱਤੀ ਗਈ, ਉਹਨਾਂ ਦੀ ਥਾਂ ਤੇ ਧੀਰਜ ਕੁਮਾਰ ਨੂੰ ਟਿਕਟ ਮਿਲੀ ਹੈ। ਵਾਸੂ ਜੀ, ਹਰਜੀਤ ਗਰੇਵਾਲ ਕੱਲੇ ਬਰਨਾਲੇ ਤੋਂ ਨਹੀਂ, ਉਹ ਸ਼ਾਇਦ ਈਵਨ ਰਾਜਪੁਰੇ ਦੇ ਵਾਸਤੇ ਚਾਹਵਾਨ ਸੀਗੇ, ਉੱਥੇ ਉਹਨਾਂ ਨੂੰ ਉੱਥੇ ਵੀ ਨਹੀਂ ਟਿਕਟ ਦਿੱਤੀ ਗਈ, ਜਦਕਿ ਵਿਜੇ ਸਾਂਪਲਾ ਜਾਂ ਹੋਰ ਲੋਕੀ ਉਹਨਾਂ ਨੂੰ ਟਿਕਟ ਮਿਲ ਗਈਆਂ ਨੇ। ਸੈਕੰਡ ਲਿਸਟ ਜਿਹੜੀ ਅਨਾਉਂਸ ਕੀਤੀ ਹੈ, ਉਹ 'ਚ 27 ਬੰਦਿਆਂ ਨੂੰ ਨਾਮਜ਼ਦ ਕੀਤਾ ਬੀਜੇਪੀ ਨੇ। ਬੀਜੇਪੀ ਦਾ ਅਲਾਇੰਸ ਹੈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਔਰ ਸੁਖਦੇਵ ਸਿੰਘ ਢੀਂਡਸਾ ਦਾ ਸੰਯੁਕਤ ਅਕਾਲੀ ਦਲ। ਇਸ ਦਾ ਜਿਹੜਾ ਆਪਸ 'ਚ ਇਹਨਾਂ ਦਾ ਸਮਝੌਤਾ ਹੋਇਆ, ਉਹਦੇ 'ਚ ਬੀਜੇਪੀ ਨੇ 65 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨੇ ਆ। ਕਾਫੀ ਦੇਰ ਬਾਅਦ ਜਿਹੜੀ ਬੀਜੇਪੀ ਆ ਉਹ ਸੀਨੀਅਰ ਪਾਰਟਨਰ ਦੀ ਤਰ੍ਹਾਂ ਕੰਮ ਕਰੇਗੀ। 1996 ਤੋਂ ਲੈ ਕੇ ਹੁਣ ਤੱਕ ਉਹ ਅਕਾਲੀ ਦਲ ਦੀ ਇੱਕ ਜੂਨੀਅਰ ਪਾਰਟਨਰ ਸੀ। ਸੋ ਹੁਣ ਇਹਦੇ 'ਚ 35 ਦੀ ਤਾਂ ਲਿਸਟ ਇਹਨਾਂ ਨੇ ਪਹਿਲਾਂ ਅਨਾਉਂਸ ਕਰਤੀ ਸੀ, 27 ਦੀ ਲਿਸਟ ਕੱਲ ਦੇਰ ਰਾਤ ਅਨਾਉਂਸ ਕੀਤੀ ਹੈ। ਸੋ ਹੁਣ ਤੱਕ 62 ਇਹਨਾਂ ਨੇ ਅਨਾਉਂਸ ਕਰਤੇ, 3 ਹਲੇ ਹੋਰ ਰਹਿੰਦੇ ਆ। ਸੋ ਜਿਹੜਾ ਸਭ ਤੋਂ ਦਿਲਚਸਪ ਗੱਲ ਹੈ ਕਿ ਕਿਸਾਨ ਮੋਰਚੇ ਦੇ ਵਿੱਚ ਸਭ ਤੋਂ ਜ਼ਿਆਦਾ ਆਲੋਚਨਾ ਦਾ ਪਾਤਰ ਬਣੇ ਹੋਏ ਹਰਜੀਤ ਗਰੇਵਾਲ, ਜਿਨ੍ਹਾਂ ਨੇ ਕਾਫੀ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਈਵਨ ਭੱਦੀਆਂ ਗਾਲਾਂ ਵੀ ਸੁਣੀਆਂ। ਉਹਨਾਂ ਦੇ ਜਿਹੜਾ ਖੇਤ ਸੀ, ਕਿਸੇ ਨੇ ਜਦੋਂ ਜੋਤਿਆ, ਉਹਨਾਂ ਨੂੰ ਖੇਤ ਵਾਹ ਵੀ ਦਿੱਤੇ ਲੋਕਾਂ ਨੇ, ਝੋਨੇ ਦੀ ਫਸਲ ਵੀ ਨਹੀਂ ਸੀ ਉਹਨਾਂ ਦੇ ਹੋਣ ਦਿੱਤੀ। ਕੰਪਲੀਟ ਉਹਨਾਂ ਦੇ ਪਿੰਡ 'ਚ ਬਾਈਕਾਟ ਵੀ ਤੱਕ ਹੋ ਗਿਆ। ਇਹ ਮੰਨਿਆ ਜਾਂਦਾ ਸੀ ਕਿ ਹਰਜੀਤ ਗਰੇਵਾਲ ਨੂੰ ਜਿਹੜੀ ਬੀਜੇਪੀ ਹੈ ਕਿਸੇ ਕੋਈ ਵਧੀਆ ਸੀਟ ਦੇਗੀ, ਸਪੈਸ਼ਲੀ ਜਦੋਂ ਉਹਨਾਂ ਨੇ ਰੋਪੜ ਤੋਂ ਆਪਣੇ ਮਾਈਨੋਰਿਟੀਜ਼ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਟਿਕਟ ਦਿੱਤੀ ਹੈ। ਸੋ ਹਰਜੀਤ ਗਰੇਵਾਲ ਨੂੰ ਟਿਕਟ ਨਾ ਮਿਲਣਾ ਕਾਫੀ ਜਿਹੜੀ ਹੈਗੀ ਹੈਰਾਨੀ ਵੀ ਗੱਲ ਕਰਦੇ ਆ। ਪਰ ਮੇਰੀ ਇਹ ਜਿਹੜੀ ਆਪਣੀ ਨਿੱਜੀ ਜਾਣਕਾਰੀ ਹੈ
ਉਹ ਇਹ ਹੈ ਕਿ ਹਰਜੀਤ ਗਰੇਵਾਲ ਵਾਲੇ ਪਾਰਟੀ ਤਾਂ ਚਾਹੁੰਦੀ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਖੜੇ ਕਰਨ ਦੀ। ਹਰਜੀਤ ਗਰੇਵਾਲ ਇਲੈਕਸ਼ਨ ਵਾਸਤੇ ਤਿਆਰ ਨਹੀਂ ਸੀ। ਉਹਨਾਂ ਨੂੰ ਖਦਸ਼ਾ ਸੀ ਕਿ ਜਦੋਂ ਉਹ ਕੈਂਪੇਨਿੰਗ ਕਰਨ ਜਾਣਗੇ ਤਾਂ ਉਹਨਾਂ ਨੂੰ ਸ਼ਾਇਦ ਹੋਰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਵੇ। ਮੇਰੀ ਨਿੱਜੀ ਜਾਣਕਾਰੀ ਇਹ ਹੈ ਕਿ ਹਰਜੀਤ ਗਰੇਵਾਲ ਨੇ ਇਹ ਕਿਹਾ ਕਿ ਉਹਨਾਂ ਨੂੰ ਟਿਕਟ ਬੇਸ਼ੱਕ ਨਾ ਦਿਓ, ਉਹਨਾਂ ਨੂੰ ਕਿਸੇ ਹੋਰ ਲੈਵਲ ਦੇ ਉੱਤੇ ਕੋਈ ਕਿਸੇ ਜਿਸ ਤਰ੍ਹਾਂ ਮਾਈਨੋਰਿਟੀ ਕਮਿਸ਼ਨ ਹੈ ਜਾਂ ਕੋਈ ਹੋਰ ਇਹੋ ਜਿਹਾ ਸਰਕਾਰੀ ਅਦਾਰਾ ਹੈ ਉਹਦੇ ਵਿੱਚ ਉਹਨਾਂ ਨੂੰ ਕੋਈ ਯੋਗ ਅਹੁਦਾ ਦੇ ਕੇ ਉਹਦੇ ਨਾਲ ਖੁਸ਼ ਸੰਤੁਸ਼ਟ ਰਹਿਣਗੇ। ਉਹਨਾਂ ਦੇ ਮੈਂ ਇੱਕ ਜਗ੍ਹਾ ਤੇ ਬਿਆਨ ਵੀ ਦੇ ਰਿਹਾ ਸੀ ਕਿ ਮੈਂ ਆਪਣੀ ਪਾਰਟੀ ਦਾ ਜਿਹੜਾ ਵੀ ਹੁਕਮ ਹੈ, ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਜੋ ਹੁਕਮ ਮੈਨੂੰ ਪਾਰਟੀ ਕਰੇਗੀ, ਮੈਨੂੰ ਟਿਕਟ ਦਿੰਦੇ ਤਾਂ ਨਵਾਜ਼ ਦੇ ਤਾਂ ਚੰਗਾ ਸੀ, ਜੇ ਨਹੀਂ ਦਿੰਦੇ ਤਾਂ ਪਾਰਟੀ ਨੇ ਠੀਕ ਹੀ ਸੋਚਿਆ ਹੋਣਾ, ਮੈਨੂੰ ਉਹ ਵੀ ਮਨਜ਼ੂਰ ਹੈ। ਸੋ ਇਹ ਤਾਂ ਹੈ ਹੀ ਹੈ। ਪਰ ਨਾਲ ਦੀ ਨਾਲ ਜਿਵੇਂ ਹੈਗੇ ਫਤਿਹ ਬਾਜਵਾ, ਉਹਨਾਂ ਨੂੰ ਉਥੋਂ ਕਾਦੀਆਂ ਤੋਂ ਨਹੀਂ ਸੀ ਲੜਨਾ ਚਾਹੁੰਦੇ, ਆਪਣੇ ਭਰਾ ਦੇ ਖਿਲਾਫ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਉੱਥੇ ਨਹੀਂ ਸੀ ਖੜਨਾ। ਚਲੋ ਉਹਨਾਂ ਦੀ ਤਾਂ ਹੁਣ ਹੋ ਗਈ ਹੈ। ਈਵਨ ਇਹਦੇ ਵਿੱਚ ਬਹੁਤ ਸਾਰੇ ਜਿਵੇਂ ਪਹਿਲੀ ਵਾਲੀ ਸੀਗੇ ਜਿਹੜੇ ਦਲ ਬਦਲੂ ਸੀ ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ। ਆਪਣੇ ਹਰਜੋਤ ਕੰਵਲ ਜੀ ਉਹਨੂੰ ਵੀ ਟਿਕਟ ਮਿਲ ਗਈ ਆ। ਜੋ MLA ਮੋਗਾ ਸੀ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ। ਸੋਨੂ ਸੂਦ ਦੀ ਭੈਣ ਉਹਨਾਂ ਦੀ ਟਿਕਟ ਖਾ ਗਈ ਸੀ। ਤੇ ਉਸੇ ਤਰ੍ਹਾਂ ਸਰਬਜੀਤ ਮੱਕੜ ਜਲੰਧਰ ਤੋਂ, ਉਹਨਾਂ ਨੂੰ ਵੀ ਜਿਨ੍ਹਾਂ ਨੇ ਅਕਾਲੀ ਦਲ ਛੱਡ ਕੇ BJP ਚ ਆਏ ਨੇ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਆ, ਕਾਲੋ ਜਿਹੜੇ ਹੈਗੇ ਆ ਕਿਸੇ ਟਾਈਮ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਆ, ਉਹਨਾਂ ਨੂੰ ਵੀ ਟਿਕਟ BJP ਨੇ ਦਿੱਤੀ ਹੈ। ਸੋ ਇਹਦੇ ਵਿੱਚ ਵਾਸੂ ਜੀ ਇਹ ਵੀ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ। ਇਹਦੇ ਨਾਲ BJP ਵਾਸਤੇ ਵੀ ਸਮੱਸਿਆਵਾਂ ਬਹੁਤ ਆ ਰਹੀਆਂ ਨੇ ਕਿ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਛੱਡ ਕੇ BJP ਚ ਆਏ ਆ ਉਹਨਾਂ ਨੂੰ ਟਿਕਟਾਂ ਮਿਲੀਆਂ ਨੇ। BJP ਦੇ ਕਈ ਲੀਡਰ ਨੇ, ਜਿਸ ਤਰ੍ਹਾਂ ਸੁਖਵਿੰਦਰ ਗਰੇਵਾਲ ਜੀ ਨੂੰ ਕਹਿ ਸਕਦੇ ਆ, ਜਿਨ੍ਹਾਂ ਦਾ ਨਾਂ ਉਦੋਂ ਆਇਆ ਸੀ ਕਿ ਜਦੋਂ ਅਮਨਾ ਨਿਹੰਗ ਦੀ ਫੋਟੋਆਂ ਛਪੀਆਂ ਸੀਗੀਆਂ ਆਪਣੇ ਮੰਤਰੀ ਐਗਰੀਕਲਚਰ ਮੰਤਰੀ ਤੋਮਰ ਦੇ ਨਾਲ, ਉਦੋਂ ਸੁਖਵਿੰਦਰ ਗਰੇਵਾਲ ਵੀ ਉਹ ਕਾਫੀ ਲਾਈਮਲਾਈਟ 'ਚ ਆਏ ਸੀ। ਉਹਨਾਂ ਨੂੰ ਵੀ ਲੁਧਿਆਣੇ ਦੀ ਇੱਕ ਸੀਟ ਤੋਂ ਮੰਨਿਆ ਜਾਂਦਾ ਸੀ ਕਿ ਉਹਨਾਂ ਨੂੰ ਟਿਕਟ ਮਿਲੇ। BJP ਦੇ ਕਾਫੀ ਜਿਹਨੂੰ ਕਹਿੰਦੇ ਐਕਟਿਵ ਸਪੋਕਸਪਰਸਨ ਵਨੀਤ ਜੋਸ਼ੀ ਜਿਹੜੇ ਹੈ, ਉਹ ਸ਼ਾਇਦ ਖਰੜ ਤੋਂ ਸੀਟ ਮੰਗਦੇ ਸੀ, ਉਹ ਵੀ ਮੰਗਦੇ, ਉਹਨਾਂ ਦੀ ਵੀ ਹਾਲੇ ਅਨਾਉਂਸਮੈਂਟ ਨਹੀਂ ਆਈ। ਔਰ ਬਾਹਰਲੇ ਜਿਹੜੇ ਲੋਕੀ ਛੱਡ ਕੇ ਆ ਰਹੇ ਆ ਔਰ ਜੁਆਇਨ ਕਰ ਰਹੇ, ਇਹਦੇ ਨਾਲ BJP ਦੇ ਕਾਡਰ ਜਿਹੜੇ ਉਹ ਕਾਫੀ ਜਿਹੜਾ ਹੈ ਉਹਨਾਂ 'ਚ ਨਿਰਾਸ਼ਤਾ ਆ ਰਹੀ ਹੈ। ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕਰਦੇ ਕਾਂਗਰਸ ਦੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਬਈ ਪਾਰਟੀ ਦੇ ਡਿਸੀਜਨਸ ਦੇ ਨਾਲ ਬੜਾ ਖੁਸ਼ੀ ਨਹੀਂ ਹੈਗੇ, ਇਹਦੇ ਵਿੱਚ ਵੀ BJP ਦੀ ਵੀ ਕਾਫੀ ਅਹਿਮੀਅਤ ਹੈ ਅੰਦਰ ਨਿਰਾਸ਼ਤਾ ਦੀ, ਖਾਸ ਕਰਕੇ ਕਿ BJP ਐਤਕੀ ਪੰਜਾਬ ਦੇ ਵਿੱਚ ਆਪਣੀ ਛਾਪ ਛੱਡਣਾ ਚਾਹੁੰਦੀ ਆ, ਕਿਉਂਕਿ ਉਹ ਇਹ ਐਸਟੈਬਲਿਸ਼ ਕਰਨਾ ਚਾਹੁੰਦੇ ਆ ਕਿ ਜਿਹੜੇ ਸੂਬੇ ਤੋਂ ਐਡਾ ਵੱਡਾ ਕਿਸਾਨ ਅੰਦੋਲਨ ਉੱਠ ਕੇ ਆਇਆ ਸੀ, ਉਸ ਸੂਬੇ ਦੇ ਵਿੱਚ ਸਾਡੀ ਇੰਨੀ ਪ੍ਰੈਜ਼ੈਂਸ, ਠੀਕ ਠਾਕ ਪ੍ਰੈਜ਼ੈਂਸ ਹੈਗੀ ਆ। ਔਰ ਪਿਛਲੀਆਂ ਜਿਹੜੀਆਂ 2017 ਦੀਆਂ ਚੋਣਾਂ ਨੇ, ਹੁਣ ਤਾਂ ਇਹ ਗੱਲ ਸਾਫ਼ ਹੋ ਕੇ ਆ ਗਈ ਹੈ ਸਾਹਮਣੇ ਕਿ ਪਿਛਲੀਆਂ 2017 ਦੀਆਂ ਇਲੈਕਸ਼ਨਾਂ 'ਚ ਆਮ ਆਦਮੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ BJP ਔਰ RSS ਨੇ ਆਪਣੀ ਵੋਟ ਜਿਹੜੀ ਸੀ ਉਹ ਕਾਂਗਰਸ ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਟ੍ਰਾਂਸਫਰ ਕਰਵਾਈ ਸੀ। ਔਰ ਉਹ ਹੁਣ ਵਾਪਸ ਲੈ ਕੇ ਆਉਣਾ ਚਾਹੁੰਦੇ ਨੇ, ਪਰ ਜਦੋਂ ਵਾਪਸ ਲੈ ਕੇ ਆਉਂਦੇ ਨੇ ਤੇ ਉਹ ਨਾਲ ਉਧਰੋਂ ਕਈ ਜਿਹੜੇ ਹੈਗੇ ਆ ਵੱਡੇ ਲੀਡਰ ਵੀ ਲਿਆਏ ਤੇ ਹੋਰ ਕਈ ਪਾਰਟੀਆਂ ਦੀ ਰਹਿੰਦ ਖੂੰਹਦ ਵੀ ਲਿਆਏ। ਔਰ ਜਿਹੜੀ BJP ਦਾ ਆਪਣਾ ਕਾਡਰ ਸੀ, ਜਿਨ੍ਹਾਂ ਨੇ ਕਾਫੀ ਸਮੇਂ ਤੋਂ ਸਟਰਗਲ ਕਰ ਰਹੇ ਸੀ ਔਰ ਇਹ ਜ਼ੋਰ ਪਾ ਰਹੇ ਸੀ ਕਿ ਅਸੀਂ ਅਕਾਲੀ ਦਲ ਤੋਂ ਤੋੜ ਵਿਛੋੜਾ ਕਰ ਲਈਏ, ਪਾਰਟੀ ਦਾ ਆਪਣਾ ਸਟੈਂਡਿੰਗ ਬਣਾਈਏ ਪੰਜਾਬ ਦੇ ਵਿੱਚ, ਉਹਨਾਂ ਦੇ ਵਾਸਤੇ ਇੱਕ ਫੇਰ ਨਿਰਾਸ਼ਤਾ ਦੀ ਆਉਂਦੀ ਹੈ ਕਿ ਜਦੋਂ ਪਾਰਟੀ ਆਪਣੀ ਲੜਾਈ ਖੁਦ ਲੜ ਰਹੀ ਹੈ, ਟਿਕਟਾਂ ਫੇਰ ਵੀ ਨਾ ਮਿਲੀਆਂ। ਜੀ ਪੰਦੇਰ ਸਾਹਿਬ, ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਵੱਲੋਂ ਹੁਣ ਗੁਰਮੀਤ ਰਾਮ ਰਹੀਮ ਦੇ ਖਿਲਾਫ ਜਿਹੜੀ ਚਾਰਜ ਸ਼ੀਟ ਆ ਉਹ ਫਾਈਲ ਕਰ ਦਿੱਤੀ ਗਈ ਹੈ ਜੀ। ਹਾਂਜੀ ਵਾਸੂ ਜੀ, ਇਹ ਇਕੱਲੀ ਇੱਕ ਸਪਲੀਮੈਂਟਰੀ ਚਾਰਜ ਸ਼ੀਟ ਹੈ। ਚਾਰਜ ਸ਼ੀਟ ਤਾਂ ਪਹਿਲਾਂ ਵੀ ਹੋ ਚੁੱਕੀ ਸੀ। ਇਹ ਕੇਸ ਦੋ ਤਿੰਨ ਕੇਸ ਨੇ ਉੱਥੇ। ਇੱਕ ਤਾਂ ਬੇਅਦਬੀ ਦਾ ਜਿਹੜਾ ਬੇਸਿਕ ਕੇਸ ਹੈ, ਜਿਹੜਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਦਾ ਜਿਹੜਾ ਕੇਸ ਹੈ, ਉਹਦੇ ਵਿੱਚ ਇਹ ਜਿਹੜੀ SIT ਹੈ SPS ਪਰਮਾਰ ਵਾਲੀ, ਉਹਨਾਂ ਨੇ ਇੱਕ ਸਪਲੀਮੈਂਟਰੀ ਜਿਹੜੀ ਹੈਗੀ ਆ ਚਾਰਜ ਸ਼ੀਟ ਫਾਈਲ ਕੀਤੀ ਹੈ ਫਰੀਦਕੋਟ ਅਦਾਲਤ ਦੇ ਵਿੱਚ। ਔਰ ਉਹਦੇ ਵਿੱਚ ਜਿਹੜਾ ਡੇਰਾ ਮੁਖੀਆ ਰਾਮ ਰਹੀਮ ਔਰ ਉਹਦੇ ਕੋਈ 9 ਹੋਰ ਸਾਥੀਆਂ ਦੇ ਖਿਲਾਫ ਇਹ ਚਾਰਜ ਸ਼ੀਟ ਫਾਈਲ ਕੀਤੀ ਗਈ ਹੈ। ਔਰ ਇਸ ਚਾਰਜ ਸ਼ੀਟ 'ਚ ਕਿਹਾ ਗਿਆ ਕਿ ਜਿਹੜਾ ਸਾਜ਼ਿਸ਼ ਸੀ ਇਹ
ਕਮਰਾ ਨੰਬਰ 4 ਜਿਹੜਾ ਐਡਮਿਨਿਸਟ੍ਰੇਟਿਵ ਕੰਪਲੈਕਸ ਦਾ ਡੇਰੇ ਦਾ ਸਿਰਸੇ ਦੇ ਵਿੱਚ, ਉੱਥੇ ਇਹ ਸਾਜ਼ਿਸ਼ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਤੇ ਬੇਅਦਬੀ ਕਰਨ ਦੀ ਇੱਕ ਸਾਜ਼ਿਸ਼ ਰਚੀ ਗਈ ਔਰ ਫਿਰ ਬਾਅਦ 'ਚ ਉਸ ਨੂੰ ਅੰਜਾਮ ਦਿੱਤਾ ਗਿਆ। ਇਹ 'ਚ ਵਾਸੂ ਜੀ ਜਿਹੜੀ ਅਹਿਮ ਗੱਲ ਇਹ ਹੈ ਕਿ ਕੋਮਲ ਵਿਜੇ ਪ੍ਰਤਾਪ ਨੂੰ ਆਪਣੀ ਨੌਕਰੀ ਛੱਡਣੀ ਪੈ ਗਈ ਸੀ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਚਾਰਜ ਸ਼ੀਟ ਸੀ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ, ਉਹਦੇ ਵਿੱਚ ਉਹਨੂੰ ਜਿਹੜਾ ਸੀਗਾ ਇਹ ਰੱਦ ਕਰ ਦਿੱਤਾ ਸੀ। ਔਰ ਜਦੋਂ ਇਹ ਰੱਦ ਹੋਈ ਸੀ ਉਦੋਂ ਕਈ ਗੱਲਾਂ ਸਾਹਮਣੇ ਆਈਆਂ ਸੀ ਕਿ ਜਿੰਨੀਆਂ ਵੀ ਇਨਵੈਸਟੀਗੇਸ਼ਨ ਹੋਈਆਂ, ਚਾਹੇ CBI ਨੇ ਕੀਤੀਆਂ, ਚਾਹੇ ਅਲੱਗ-ਅਲੱਗ ਜਿਹੜੀਆਂ SIT ਬਣੀਆਂ ਰਣਬੀਰ ਖੱਟੜਾ ਦੀ ਹੋਵੇ ਜਾਂ ਹੋਰ ਕਿਸੇ ਦੀ ਵੀ ਹੋਵੇ, ਉਹਨਾਂ ਨੇ ਗੁਰਮੀਤ ਰਾਮ ਰਹੀਮ ਨੂੰ ਇੰਟਰੋਗੇਟ ਨਹੀਂ ਸੀ ਕੀਤਾ। ਸੋ ਜਿਹੜੀ ਹੁਣ ਮੌਜੂਦਾ SIT ਸੀ, ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਵੀ ਕਿਹਾ ਸੀ, ਸਾਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਰਾਮ ਰਹੀਮ ਦੀ ਜਿਹੜੀ ਕਸਟਡੀ ਹੈ ਦਿੱਤੀ ਜਾਵੇ ਤਾਂ ਕਿ ਅਸੀਂ ਕਸਟੋਡੀਅਲ ਇੰਟਰੋਗੇਸ਼ਨ ਉਹਨਾਂ ਦੀ ਕਰ ਸਕੀਏ। ਤਾਂ ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਜਾਊਗਾ ਔਰ SIT ਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਹਰਿਆਣੇ 'ਚ ਜਾ ਕੇ ਸੁਨਿਆਰੀਆ ਜੇਲ੍ਹ, ਜਿੱਥੇ ਉਹਨੂੰ ਬੰਦ ਕੀਤਾ ਹੋਇਆ ਇੱਕ ਬਲਾਤਕਾਰ ਦੇ ਕੇਸ ਤੇ ਇੱਕ ਮਰਡਰ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਗੁਰਮੀਤ ਰਾਮ ਰਹੀਮ, ਉਹਨੂੰ ਉਹਦੇ ਜਿਹੜੇ ਸੀ ਉੱਥੇ ਜਾ ਕੇ ਜੇਲ੍ਹ 'ਚ ਜਾ ਕੇ ਤੁਸੀਂ ਕੁਐਸਚਨਿੰਗ ਕਰ ਲਓ। ਤਾਂ ਜਿਹੜੀ SIT SPS ਪਰਮਾਰ ਦੀ ਸੀ, ਉਸਨੇ ਉੱਥੇ ਵੀ 2-3 ਵਾਰੀ ਉਹ ਇੰਟਰੋਗੇਸ਼ਨ ਕੀਤੀ। ਬਾਅਦ 'ਚੋਂ ਡੇਰੇ ਦੇ ਜਿਹੜੇ ਹੋਰ ਪੈਰੋਕਾਰ ਸੀ ਉਹਨਾਂ ਦੀ ਵੀ ਕੁਐਸਚਨਿੰਗ ਕੀਤੀ। ਉਹ ਸਾਰੀ ਰਿਪੋਰਟ ਇਕੱਠੀ ਕਰਨ ਤੋਂ ਬਾਅਦ ਇਹ FI ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਹੈ ਉਹ ਕੋਰਟ 'ਚ ਦਾਖਲ ਕੀਤੀ ਗਈ ਹੈ। ਇਹ ਵੀ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਪੰਜਾਬ ਸਰਕਾਰ ਕੋਲੇ, ਸਪੈਸ਼ਲੀ ਕਾਂਗਰਸ ਸਰਕਾਰ ਕੋਲੇ ਸੀ। ਇਹਦੇ ਵਿੱਚ ਸਰਕਾਰ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਹੋਈ, ਉਹਦੇ ਵਿੱਚ ਸੁਖਜਿੰਦਰ ਰੰਧਾਵਾ, ਨਵਜੋਤ ਸਿੱਧੂ, ਤ੍ਰਿਪਤ ਰਜਿੰਦਰ ਬਾਜਵਾ, ਇਹਨਾਂ ਨੇ ਹੋਰਾਂ ਨੇ ਵੀ ਕਿਹਾ ਕਿ ਜੀ ਅਸੀਂ ਲੋਕਾਂ ਨੂੰ ਜਵਾਬਦੇਹ ਹਾਂ, ਅਸੀਂ ਜਿਹੜੀ ਬੇਅਦਬੀ ਦੇ ਕੇਸ ਨੇ ਉਹਨਾਂ 'ਚ ਅਗਰ ਅਸੀਂ ਇਨਸਾਫ ਨਹੀਂ ਕਰਵਾ ਸਕੇ ਜਾਂ ਉਹਦੇ ਵਿੱਚ ਜੋ ਵੀ ਸਜ਼ਾ ਨਹੀਂ ਦਵਾ ਸਕੇ ਦੋਸ਼ੀਆਂ ਨੂੰ, ਤਾਂ ਅਸੀਂ ਲੋਕਾਂ ਦੇ ਕੋਲੇ ਵਾਪਸ ਵੋਟਾਂ ਮੰਗਣ ਜੋਗੇ ਸਾਡੇ ਕੋਲੇ ਚਿਹਰਾ ਨਹੀਂ ਹੋਏਗਾ। ਸੋ ਉਹਨੂੰ ਬੇਸ਼ੱਕ 1 ਮਹੀਨਾ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਹੀ ਹੋਵੇ, ਉਸ ਨੂੰ ਕਿਸੇ ਇੱਕ ਲੈਵਲ ਦੇ ਉੱਤੇ ਕਾਂਗਰਸ ਆਪਣਾ ਇਸ ਗੱਲ ਨੂੰ ਵਾਅਦੇ ਨੂੰ ਪੂਰਾ ਕਰਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਦੀ ਜਿਹੜੀ ਰਹਿਨੁਮਾਈ ਹੇਠ ਪੁਲਿਸ ਹੈ, ਉਹਨਾਂ ਨੇ ਇੱਕ ਸਪਲੀਮੈਂਟਰੀ ਚਾਰਜ ਸ਼ੀਟ ਵੀ ਕੀਤੀ ਹੈ ਜਿਹਦੇ ਵਿੱਚ ਪਹਿਲੀ ਵਾਰੀ ਗੁਰਮੀਤ ਰਾਮ ਰਹੀਮ ਦਾ ਨਾਂ ਆਇਆ ਔਰ ਉਹਦੇ ਵਾਸਤੇ ਡੇਰੇ ਵਾਸਤੇ ਇਹ ਮੁਸ਼ਕਲਾਂ ਵਧਣਗੀਆਂ। ਹੁਣ ਡੇਰਾ ਜਿਹੜਾ ਹੈ ਜਿਹੜੀ ਉਹਨਾਂ ਦੀ ਪੋਲੀਟੀਕਲ ਅਫੇਅਰਸ ਕਮੇਟੀ ਹੈ, ਜਦੋਂ ਫੈਸਲਾ ਕਰੇਗੀ, ਉਹ ਕਾਂਗਰਸ ਦਾ ਕੀ ਫੈਸਲਾ ਕਰਦੀ ਹੈ ਵੀ ਡੇਰੇ ਦੇ ਜਿਹੜੇ ਪ੍ਰੇਮੀ ਨੇ ਉਹ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਕਿਸ ਤਰ੍ਹਾਂ ਵੋਟਾਂ ਪੈ ਸਕਦੀਆਂ ਨੇ, ਇਹ ਵੀ ਬਹੁਤ ਵੱਡੀ ਗੱਲ ਹੋਏਗੀ। ਬੇਸ਼ੱਕ ਪਿਛਲੇ ਦਿਨੀ ਕੁਝ ਕਾਂਗਰਸੀ ਜਿਹੜੇ MLA ਸੀ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਨੇ, ਉਹ ਡੇਰੇ ਦੇ ਗੇੜੇ ਮਾਰਦੇ ਨਜ਼ਰ ਵੀ ਆਏ ਨੇ। ਪਦੇਸ਼ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਮਿਹਰਬਾਨੀ।